आद निरंजन है गुरु नानक, आद निरंजन है गुरु नानक। तार के मूरत है जग आयो, लोक सुनियो पर लोक सुनियो, वेद लोक सुनियो सब दर्शन पायो। संगत पारे उतारन कहो, संगत पारे उतारन को। गुरु नानक साहेब पंथ चलायो, वाहे गुरु गुरु नानक साहेब तार के मूरत है जग आयो। छाए जाति एकता, छाए जाति एकता, अनेकता बिलाए जाति। होवती को चीलता किताबन पुराण के, पाप हे परपक जाते, धर्म तसक जाते। बरन गरक जाते सहित विधान के। देवी देव देहोरे संतोख सिंह दूर होते, रीत मिट जाती कथा बेदन पुराण के। श्री गुरु गोबिंद सिंह पावन परम सूर, श्री गुरु गोबिंद सिंह पावन परम सूर। मूर्त न होती जाओ पै करना दान के, जिसमें है अमृत ज्ञान है मानक भगत बैराग। श्री गुरु ग्रंथ साहिब युद्धद बंदों कर अनुराग। श्री गुरु शब्द कमाए जना, जीते पंच विकार। तिन संतन कहो बंदना, सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह है, विघ्न विनाशन सोए। वाहिगुरु जी की फतेह है, विघ्न विनाशन सोए। सतनाम वाहिगुरु साहिब जीओ। गोविंद गोला मोहन तीन, कुक जात के तिन को चीना। श्री अर्जन को टिग चल आए, कार बंधन को अर्ज अलाए। गोविंद गोला मोहन तीन, कुक जात के तिन को चीना। वाहिगुरु जी का खालसा, वाहिगुरु जी की फतेह।
परम सन्मान सत्कारयोग जुगो जुग अटल शब्द गुरु चवर तखत छतर दे मालक दसां पातशाहियां दी जोत समरथ प्रतख हाजिर नाजर सतगुरु वालीए दो जहां हलत पलत दे रखियक धन धन साहिब सतगुरु आद श्री गुरु ग्रंथ साहिब जी महाराज ऐसे दीन दयाल पर उपकारी सतगुरु पातशाह जी दी अपरे अपार किरपा रहमत बख्शह दा सदका श्री दशमेश पिता जी श्री कलगीधर जी पंथ वाली अमृत दे दाते सतगुरु साहिब कमाल बादशाह दरवेश अरशां फरशां दे मालक नीले दे शाहे असवार देग तेग दे धनी मर्द अगमड़े धन 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 सतगुरु श्री गुरु गोबिंद सिंह साहिब जी महाराज जी दे महान पावन पवित्र इतिहासक मुकद्दस मुबारक पाक अस्थान तखत श्री केसगढ़ साहिब जी विखे हाजरियां भरदियां यात्रा करदियां साहिबां जी दी महान गुर संगत पंगत दा लाहा लै रहे गुरु सवारे गुरु पातशाह जी दी साजी निवाजी गुरु रूप गुरु खालसा साध संगत जीओ आप जी वडभागे हो वड्डियां भागां सदका गुरु बख्शे होए उदम उपराले प्रेरणा द्वारा ਸਾਹਿਬਾਂ ਜੀ ਦੇ ਮਹਾਨ ਅਸਥਾਨ 'ਤੇ ਹਾਜ਼ਰੀਨ ਹੋ ਕੇ ਸਤਿਗੁਰੂ ਪਾਤਸ਼ਾਹ ਨੂੰ ਨਤਮਸਤਕ ਹੁੰਦਿਆਂ ਸਤਿਗੁਰੂ ਜੀ ਦੀ ਗੁਰ ਸੰਗਤ ਅੰਦਰ ਬੈਠ ਕਰਕੇ ਜੀਵਨ ਦੀਆਂ ਘੜੀਆਂ ਸਮੇਂ ਸਵਾਸਾਂ ਨੂੰ ਸਫਲਿਆਂ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ 'ਤੇ ਲੜੀਵਾਰ ਸਤਿਗੁਰੂ ਜੀ ਦੇ ਜੀਵਨ ਬਿਰਤਾਂਤ ਗੁਰ ਇਤਿਹਾਸ ਜੀਵਨ ਕੌਤਕਾਂ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਦੀਨਾ ਬੰਧੂ ਪਰਉਪਕਾਰੀ ਸਤਿਗੁਰੂ ਧੰਨ 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 ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦੂਰ ਨੇੜਿਓਂ ਚੱਲ ਕਰਕੇ ਆਏ ਹੋਏ ਜਗਿਆਸੂਆਂ ਨੂੰ ਆਤਮ ਮਾਰਗ ਦੇ ਪਾਂਧੀਆਂ ਨੂੰ ਪਾਵਨ ਪਵਿੱਤਰ ਨਾਮ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਕਈ ਪ੍ਰੇਮੀਆਂ ਦੇ ਜਗਿਆਸੂਆਂ ਦੇ ਮਨਾਂ ਅੰਦਰ ਇਸ ਮਾਰਗ 'ਤੇ ਤੁਰਦਿਆਂ ਹੋਇਆਂ ਕਈ ਤਰ੍ਹਾਂ ਦੇ ਸ਼ੰਕੇ ਭਰਮ ਸੰਦੇਹ ਤੌਖਲੇ ਪੈਦਾ ਹੁੰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਤਾਈਂ ਉਸ ਮਸਲੇ ਦਾ ਹੱਲ ਕਰਵਾਉਣ ਦੇ ਲਈ ਜਾਚਨਾ ਕਰਦੇ ਨੇ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਦ੍ਰਿਸ਼ਟੀ ਕਰਕੇ ਸਿੱਖਾਂ ਦੇ ਹਰ ਸਵਾਲ ਦਾ ਹਰ ਪ੍ਰਸ਼ਨ ਦਾ ਯਥਾਯੋਗ ਉੱਤਰ ਦੇ ਕਰਕੇ ਉਹਨਾਂ ਦੇ ਮਨ ਦੀ ਨਿਸ਼ਾ ਕਰਵਾਉਂਦੇ ਤਸੱਲੀ ਕਰਵਾਉਂਦੇ ਹਨ। ਇੱਕ ਪ੍ਰੇਮੀ ਭਾਈ ਕਪੂਰ ਦਿਓ ਨਾਮ ਦਾ ਸਿੱਖ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆ ਕਰਕੇ ਪਹੁੰਚਾ ਹੈ। ਤਾਂ ਉਸਨੇ ਬੇਨਤੀ ਕੀਤੀ ਕਿ ਮਹਾਰਾਜ ਕੋਈ ਐਸਾ ਗੁਰਸਿੱਖ ਹੈ ਜਿਹੜਾ ਹਿਰਦੇ ਦਾ ਬੜਾ ਪਵਿੱਤਰ ਹੋਵੇ, ਹਿਰਦਾ ਇੰਨਾ ਉਹਦਾ ਸਵੱਛ ਹੋਵੇ ਕਿ ਉਹ ਮਾਲਕ ਦੀ ਰਜ਼ਾ ਵਿੱਚ ਸਵਾਸ ਸਵਾਸ ਜੀਵਨ ਬਤੀਤ ਕਰਨ ਵਾਲਾ ਹੋਵੇ, ਮਾਲਕ ਦੀ ਰਜ਼ਾ 'ਤੇ ਕਦੀ ਗਿਲਾ ਨਾ ਕਰੇ, ਕਦੀ ਸ਼ਿਕਵਾ ਨਾ ਕਰੇ। ਭਾਣੇ ਦੀ ਅਵਸਥਾ ਵਿੱਚ ਪੁੱਗ ਖਲੋਤਾ ਗੁਰਮੁਖ ਕੋਈ ਐਸਾ ਹੋਵੇ
ਉਸ ਦੇ ਦਰਸ਼ਨ ਦੀਦਾਰ ਕਰਵਾਓ। ਕਿਉਂਕਿ ਜਦੋਂ ਇਸ ਮਾਰਗ 'ਤੇ ਕੋਈ ਤੁਰਦਾ ਹੈ ਤਾਂ ਕੁਦਰਤਨ ਹੀ ਮਨ ਦੇ ਵਿੱਚ ਬੜੀ ਲਾਲਸਾ ਤਾਂ ਪੈਦਾ ਹੁੰਦੀ ਹੈ ਕਿ ਜਿਹੜੇ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਚੁੱਕੇ ਹਨ, ਜਿਨ੍ਹਾਂ ਦੀ ਉੱਚੀ ਅਵਸਥਾ ਬਣ ਚੁੱਕੀ ਹੈ, ਨਾਮ ਸਿਮਰਨ ਅਭਿਆਸ ਕਰਦਿਆਂ ਗੁਰਸਿੱਖੀ ਨੂੰ ਕਮਾਉਂਦਿਆਂ ਹੋਇਆਂ ਜਿਹੜੇ ਕੁਛ ਮੰਜ਼ਲਾਂ ਤੈਅ ਕਰ ਗਏ ਜਾਂ ਜਿਹੜੇ ਆਤਮ ਪਦ 'ਤੇ ਪਹੁੰਚ ਗਏ, ਚੌਥੇ ਪਦ ਵਿੱਚ ਜਿਹੜੇ ਟਿਕ ਗਏ, ਉਹਨਾਂ ਦੇ ਦਰਸ਼ਨ ਕੀਤੇ ਜਾਣ, ਉਹਨਾਂ ਦਾ ਦੀਦਾਰ ਹੋਵੇ, ਜਿਸ ਕਰਕੇ ਸਾਡੀ ਵੀ ਆਤਮਾ ਨੂੰ, ਮਨ ਨੂੰ ਸ਼ਾਂਤੀ ਤੇ ਟਿਕਾ ਪ੍ਰਾਪਤ ਹੋਵੇ। ਉਹਨਾਂ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋਵੇ ਜਿਹੜੇ ਗੁਰਮੁਖ ਜਨ ਸਵਾਸ ਸਵਾਸ ਸਿਮਰਨ ਕਰਦੇ, ਮਾਲਕ ਨੂੰ ਕਦੀ ਭੁਲਾਉਂਦੇ ਨਹੀਂ। ਐਸੀ ਜਗਿਆਸਾ, ਐਸੀ ਇੱਛਾ ਭਾਈ ਕਪੂਰ ਦਿਓ ਦੇ ਮਨ ਵਿੱਚ ਪੈਦਾ ਹੋਈ ਤਾਂ ਸਹਿਬ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਭਾਈ ਸਿੱਖਾ, ਜੇਕਰ ਤੇਰੀ ਐਸੇ ਗੁਰਸਿੱਖ ਦਾ ਦੀਦਾਰ ਕਰਨ ਦੀ ਇੱਛਾ ਹੈ ਤਾਂ ਜਾ ਸ਼ਾਹਬਾਜ਼ਪੁਰੇ ਵਿਖੇ ਚਲਿਆ ਜਾ। ਸ਼ਾਹਬਾਜ਼ਪੁਰਾ ਜੋ ਜ਼ਿਲ੍ਹਾ ਅੰਬਾਲੇ ਦੇ ਵਿੱਚ ਹੈ, ਉੱਥੇ ਇੱਕ ਸਾਡਾ ਪਿਆਰਾ ਸਿੱਖ ਹੈ, ਬੜੇ ਪਵਿੱਤਰ ਹਿਰਦੇ ਵਾਲਾ, ਭਾਣੇ ਦੀ ਰਜਾ ਵਿੱਚ ਤੁਰਨ ਵਾਲਾ, ਹੁਕਮ ਮੰਨਣ ਵਾਲਾ। ਸੋ ਭਾਈ ਦਿਓ ਕਪੂਰ ਜੀ ਚੱਲ ਕਰਕੇ ਪਹੁੰਚੇ। ਇਹਨਾਂ ਕੀ ਵੇਖਿਆ ਜਾ ਕਰਕੇ ਕਿ ਭਾਈ ਸੰਮਨ ਆਪਣੇ ਕਿਸੇ ਕਾਰ ਵਿਹਾਰ 'ਚ ਰੁੱਝਾ ਹੋਇਆ ਹੈ, ਸਫ ਤਿਆਰ ਕਰ ਰਿਹਾ ਹੈ, ਕੁਛ ਲੱਕੜਾਂ ਇਕੱਠੀਆਂ ਕੀਤੀਆਂ, ਨਾਲ ਘਰ ਦੇ ਹੋਰ ਜ਼ਰੂਰੀ ਵੀ ਕਾਰ ਵਿਹਾਰ ਕਰ ਰਿਹਾ ਹੈ। ਸੋ ਕੋਲ ਆ ਕਰਕੇ ਸਿੱਖ ਨੇ ਬੜਾ ਅਦਬ ਕੀਤਾ, ਭਾਈ ਸੰਮਨ ਨੇ ਭਾਈ ਕਪੂਰ ਦਿਓ ਦਾ, ਜੀ ਆਇਆਂ ਨੂੰ ਤੁਸੀਂ ਦਰਸ਼ਨ ਦਿੱਤੇ ਨੇ। ਤੇ ਭਾਈ ਕਪੂਰ ਦਿਓ ਆਖਣ ਲੱਗਾ, ਏਡੀ ਦੂਰੋਂ ਚੱਲ ਕੇ ਆਇਆ ਹਾਂ, ਤੁਸੀਂ ਤਾਂ ਮੇਰੇ ਕੋਲ ਹੀ ਨਹੀਂ ਬੈਠ ਰਹੇ, ਤੁਸੀਂ ਤਾਂ ਆਪਣੇ ਕਾਰ ਵਿਹਾਰ ਵਿੱਚ ਰੁੱਝੇ ਹੋ। ਤਾਂ ਭਾਈ ਸੰਮਨ ਜੀ ਆਖਣ ਲੱਗਾ, ਸਾਰੀ ਰਾਤ ਤੁਹਾਡੇ ਕੋਲ ਹੀ ਰਹਾਂਗੇ। ਸੋ ਇਸੇ ਤਰ੍ਹਾਂ ਕੀਤਾ, ਸਿੱਖ ਦੀ ਟਹਿਲ ਸੇਵਾ ਕੀਤੀ, ਮੁੱਠੀ ਚਾਪੀ ਕੀਤੀ। ਰਾਤ ਦੋਵੇਂ ਪਿਓ ਪੁੱਤਾਂ ਨੇ ਧੁਰਕੀ ਬਾਣੀ ਦਾ ਕੀਰਤਨ ਕੀਤਾ, ਨਾ ਬਾਣੀ ਵਿੱਚ ਜੁੜੇ ਰਹੇ। ਅਗਲੀ ਸਵੇਰ ਹੁੰਦੀ ਹੈ ਤਾਂ ਕੁਛ ਲੁਟੇਰੇ ਲੋਕ ਨਗਰ ਨੂੰ ਲੁੱਟਣ ਵਾਸਤੇ ਪੈਂਦੇ ਹਨ, ਕਿਉਂਕਿ ਜਿਹੜੀ ਸਾਖੀ ਹੈ, ਇਹ ਜਿਹੜੀ ਵਾਰਤਾ ਹੈ, ਬਿਲਕੁਲ ਇਨ ਬਿਨ ਭਾਈ ਭਿਖਾਰੀ ਜੀ ਦੇ ਪ੍ਰਸੰਗ ਨਾਲ ਰਲਦੀ ਹੈ। ਤੇ ਕਈ ਜਿਨ੍ਹਾਂ ਪ੍ਰੇਮੀਆਂ ਨੇ ਉਹ ਕਥਾ ਸੁਣੀ ਹੋਵੇਗੀ, ਉਹ ਸੋਚਦੇ ਹੋਣਗੇ ਤਾਂ ਇਹ ਤਾਂ ਹੋਰ ਹੀ ਨਾਮ ਦੱਸੀ ਜਾ ਰਹੇ ਹਨ, ਉਹ ਤਾਂ ਭਾਈ ਭਿਖਾਰੀ ਤੇ ਭਾਈ ਗੁਰਮੁਖ ਦੀ ਸਾਖੀ ਸੀ। ਸੋ ਵੀ ਸਾਖੀ ਇਸੇ ਤਰ੍ਹਾਂ ਦੀ ਹੈ। ਇਹਨਾਂ ਸਾਖੀਆਂ ਤੋਂ, ਇਹਨਾਂ ਘਟਨਾਵਾਂ ਤੋਂ ਗੁਰੂ ਕੇ ਸਿੱਖਾਂ ਦੇ ਉੱਚ ਜੀਵਨ ਦੀ ਵਾਕਫੀਅਤ ਪ੍ਰਾਪਤ ਹੁੰਦੀ ਹੈ ਕਿ ਉਹ ਗੁਰੂ ਕੇ ਸਿੱਖ ਕਿੰਨੇ ਉੱਚੇ ਮੁਰਾਤਬੇ 'ਤੇ ਪਹੁੰਚ ਚੁੱਕੇ ਨੇ, ਜਿੱਥੇ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਸਾਡੇ ਪੁੱਤਰ ਦੀ ਕੱਲ੍ਹ ਨੂੰ ਮੌਤ ਹੋ ਜਾਣੀ ਹੈ, ਫਿਰ ਵੀ ਰੱਬੀ ਰੰਗ ਵਿੱਚ, ਰਜਾ ਵਿੱਚ ਖੁਸ਼ ਪ੍ਰਸੰਨ ਨੇ। ਜੇਕਰ ਕਹਿਣ ਵਾਲੇ ਆਖਿਆ ਕਿ ਤੁਸੀਂ ਗੁਰੂ ਕੋਲੋਂ ਪੁੱਤਰ ਦੀ ਜ਼ਿੰਦਗੀ ਮੰਗ ਲੈਂਦੇ ਤਾਂ ਕਹਿਣ ਲੱਗੇ, ਇਸ ਝੂਠੇ ਸਰੀਰ ਵਾਸਤੇ ਕੀ ਮੰਗਣਾ ਸੀ। ਜਿਹੜਾ ਸਰੀਰ ਜੋ ਭਜਿਓ ਸੋ ਬਿਨਸ ਹੈ, ਪਰ ਉਹ ਆਜ ਕਹਿ ਕਾਲ, ਕਿਸੇ ਸਮੇਂ ਨਹੀਂ ਸੀ, ਅੱਜ ਹੈ ਸੀ, ਕਿਸੇ ਸਮੇਂ ਨਹੀਂ ਹੋਵੇਗਾ। ਸਰੀਰਾਂ ਦਾ ਮੋਹ ਜਿਹੜਾ ਹੈ ਦੁਖਦਾਈ ਹੁੰਦਾ ਹੈ। ਸਰੀਰ ਸੰਸਾਰ 'ਤੇ ਜਨਮ ਲੈ ਕਰਕੇ ਆਉਂਦੇ ਹਨ, ਸਰੀਰ ਚਲੇ ਜਾਂਦੇ ਨੇ, ਪਰ ਗੁਰੂ ਕੇ ਸਿੱਖ ਨੂੰ ਆਤਮ ਗਿਆਨ ਦੇ ਨਾਲ ਸਾਂਝ ਪਾਉਣੀ ਚਾਹੀਦੀ ਹੈ। ਭਾਈ ਸੰਮਨ ਨੇ ਜਿਹੜੀਆਂ ਲੱਕੜਾਂ ਇਕੱਠੀਆਂ ਕੀਤੀਆਂ ਸਨ, ਉਹਨਾਂ ਲੱਕੜਾਂ ਦੇ ਨਾਲ ਆਪਣਾ ਪੁੱਤਰ ਜਿਹੜਾ ਉਹਨਾਂ ਲੁਟੇਰਿਆਂ ਦੇ ਪਿੱਛੇ ਗਿਆ ਸੀ, ਗੋਲੀ ਚੱਲਣ ਕਰਕੇ ਮਾਰਿਆ ਗਿਆ, ਉਹਨਾਂ ਲੱਕੜਾਂ ਬਾਲਣ ਦੇ ਨਾਲ ਦਾਹ ਸੰਸਕਾਰ ਕਰਕੇ ਆਏ ਗਏ ਵਾਸਤੇ ਸੱਫ ਵਿਛਾ ਦਿੱਤੀ। ਜਿਹੜੇ ਪਰਚਾਉਣੀ ਕਰਨ ਵਾਸਤੇ ਅਫਸੋਸ ਕਰਨ ਆਏ ਸੀ, ਤਾਂ ਉਹ ਇਹ ਸਾਰਾ ਕੁਛ ਵੇਖ ਕਰਕੇ ਭਾਈ ਕਪੂਰ ਦਿਓ ਦੇ ਮਨ ਵਿੱਚ ਫੁਰਨਾ ਉੱਠਿਆ ਕਿ ਸਿੱਖ ਨੂੰ ਜੇਕਰ ਸਭ ਕੁਛ ਪਹਿਲਾਂ ਪਤਾ ਸੀ ਤੇ ਗੁਰੂ ਸਾਹਿਬ ਕੋਲ ਅਰਦਾਸ ਕਰਕੇ ਪੁੱਤਰ ਦੀ ਉਮਰ ਮੰਗ ਲੈਣੀ ਚਾਹੀਦੀ ਸੀ।
ਤਾਂ ਭਾਈ ਸਾਹਿਬ ਨੂੰ ਇਹ ਕਹਿਣ ਤੇ ਉਹਨਾਂ ਅੱਗੋਂ ਆਖਿਆ ਕਿ ਸੰਮਨ ਕਹਿਓ ਸਰੀਰ ਅਨਿਤ, ਇਨ ਬਿਨਸਨ ਅਚਰਜ ਨਹਿ ਮਿਤ, ਤਨ ਬਿਨਸੇ ਜੋ ਸ਼ੋਕ ਕਰੰਤੇ, ਤਿਨ ਸਮ ਮੂਰਖ ਅਪਰ ਨਾ ਜਨਤੇ। ਮਿੱਤਰਾ, ਸਰੀਰ ਜਿਹੜਾ ਹੈ ਨਾਸ਼ਵੰਤ ਹੈ। ਸਰੀਰ ਦੇ ਵਿਰਸਨ ਵਿੱਚ ਕੋਈ ਅਚਰਜਤਾ ਹੈਰਾਨਗੀ ਨਹੀਂ ਧਾਰਨ ਕਰਨੀ ਚਾਹੀਦੀ। ਸਰੀਰ ਦੇ ਵਿਰਸ ਜਾਣ ਤੇ ਸ਼ੋਕ ਗਮ ਦੁੱਖ ਨਹੀਂ ਮਨਾਉਣਾ ਚਾਹੀਦਾ। ਜਿਹੜੇ ਜੀਵ ਇਸ ਤਰ੍ਹਾਂ ਕਰਦੇ ਨੇ ਉਹਨਾਂ ਵਰਗਾ ਕੋਈ ਹੋਰ ਮੂਰਖ ਨਹੀਂ, ਉਹ ਮੂਰਖ ਜੀਵ ਹਨ। ਗੁਰੂ ਦੇ ਕੋਲੋਂ ਮੰਗਣਾ ਤੇ ਨਾਮ ਦੀ ਦਾਤ ਮੰਗੀਏ, ਪਰਲੋਕ ਵਿੱਚ ਸਹਾਇਤਾ ਮੰਗੀਏ। ਜਿਹੜਾ ਨਾਮ ਲੋਕ ਤੇ ਪਰਲੋਕ 'ਚ ਨਾਲ ਨਿਭਦਾ ਹੈ। ਜਿਹੜੀ ਕੀਤੀ ਹੋਈ ਸ਼ਬਦ ਦੀ ਕਮਾਈ ਆਤਮਾ ਨੂੰ ਧੁਰ ਤੱਕ ਪਹੁੰਚਾ ਦਿੰਦੀ ਹੈ। ਆਤਮਾ ਆਵਾਗਮਨ ਦੇ ਚੱਕਰ ਵਿੱਚ ਪੈ ਕਰਕੇ ਕਦੀ ਭਟਕਦੀ ਨਹੀਂ ਹੈ। ਪਿਤਾ ਤੇ ਪੁੱਤਰ ਦਾ ਸੰਬੰਧ 4 ਦਿਨਾਂ ਦੀ ਖੇਡ ਸੀ। 5 ਤੱਤ ਇਕੱਠੇ ਹੋ ਕਰਕੇ ਸਰੀਰ ਬਣਿਆ। ਪਰਾਲਬਧ ਦੇ ਅਨੁਸਾਰ ਸਰੀਰ ਨੇ ਫਲ ਭੋਗਿਆ, ਪਰਾਲਬਧ ਦੇ ਅਨੁਸਾਰ ਹੀ ਸਰੀਰ ਛੁੱਟ ਗਿਆ। ਸੋ ਨਾ ਕੋਈ ਮਰਦਾ ਤੇ ਨਾ ਕੋਈ ਜੰਮਦਾ ਹੈ। ਆਤਮਾ ਸਦੀਵੀ ਹੈ। ਆਤਮਾ ਨਾ ਜਨਮ ਲੈਂਦੀ ਹੈ ਤੇ ਨਾ ਮਰਦੀ। ਨਾ ਕਿਛ ਜਨਮੈ ਨਾ ਕਿਛ ਮਰੈ, ਆਪਨ ਚਲਤੇ ਆਪ ਹੀ ਕਰੇ। ਸਤਿਗੁਰੂ ਜੀ ਦਾ ਉਪਦੇਸ਼ ਪੜ੍ਹ ਕਰਕੇ ਭਾਈ ਸੰਮਨ ਨੇ ਭਾਈ ਕਪੂਰ ਦੇਵ ਨੂੰ ਸੁਣਾਇਆ। ਸੋ ਸਤਿਗੁਰੂ ਪਾਤਸ਼ਾਹ ਦਾ ਬਚਨ ਅਟਲ ਹੈ। ਸੋ ਇਸ ਪ੍ਰਕਾਰ ਨਾ ਕਿਸੇ ਜਨਮ ਵਿੱਚ ਤੇ ਨਾ ਕਿਸੇ ਮਰਨ ਵਿੱਚ, ਤਿਮ ਤਨ ਜਨਮੇ ਮਰਨ ਮਜਾਰੋ, ਆਤਮ ਰਹਿ ਦੋਹਨ ਤੇ ਨਿਆਰੋ। ਆਤਮਾ ਨਿਆਰਾ ਰਹਿੰਦਾ ਹੈ। ਭਾਈ ਕਪੂਰ ਦੇਵ ਨੇ ਜਦੋਂ ਸਿੱਖ ਦੀ ਅਜਿਹੀ ਅਵਸਥਾ ਵੇਖੀ, ਧੰਨ ਧੰਨ ਕਰ ਉੱਠਿਆ ਗੁਰੂ ਕੇ ਸਿੱਖਾ ਤੂੰ ਧੰਨ ਹੈ, ਧੰਨ ਤੇਰੀ ਕਮਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤੁਹਾਨੂੰ ਉਹ ਦਾਤ ਬਖਸ਼ੀ ਹੈ ਜਿੱਥੇ ਜਾ ਕਰਕੇ ਮੋਹ ਦੀਆਂ ਤੰਦਾਂ ਖਤਮ ਹੋ ਜਾਂਦੀਆਂ ਹਨ, ਜਿੱਥੇ ਜਾ ਕਰਕੇ ਮੋਹ ਦਾ ਜਾਲ ਸੜ ਜਾਂਦਾ ਹੈ। ਉਹ ਪਿਆਰ ਤੇ ਪ੍ਰੀਤ ਸਨੇਹ ਤੇ ਮੁਹੱਬਤ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ, ਜਿੱਥੇ ਆਪਣੇ ਤੇ ਬੇਗਾਨੇ ਦਾ ਵਖਰੇਵਾਂ ਦੂਰ ਹੋ ਜਾਂਦਾ ਹੈ। ਸਾਰਿਆਂ ਨਾਲ ਹੀ ਪਿਆਰ ਬਣਦਾ ਹੈ ਤੇ ਮਨੁੱਖ ਆਪਣੇ ਪਰਿਵਾਰ ਦੇ ਤਨ ਸਰੀਰ ਦੇ ਮੋਹ ਦੇ ਵਿੱਚੋਂ ਆਜ਼ਾਦ ਹੋ ਜਾਂਦਾ ਹੈ। ਸੋ ਇਸ ਪ੍ਰਕਾਰ ਭਾਈ ਸੰਮਨ ਦਾ ਜੀਵਨ ਵੇਖ ਕਰਕੇ ਭਾਈ ਕਪੂਰ ਦੇਵ ਨੇ ਆਖਿਆ, ਧੰਨ ਸਿੱਖੀ, ਧੰਨ ਸਿੱਖ, ਧੰਨ ਸਤਿਗੁਰੂ ਜਿਨ੍ਹਾਂ ਨੇ ਤੁਹਾਡਾ ਮੋਹ ਕੱਟ ਦਿੱਤਾ। ਧੰਨ ਹੋ ਤੁਸੀਂ ਜਿਹੜੇ ਮੋਹ ਦੀਆਂ ਫਾਈਆਂ ਤੋਂ ਆਜ਼ਾਦ ਹੋ ਗਏ ਹੋ। ਇਸ ਤਰ੍ਹਾਂ ਗੁਰੂ ਕੇ ਸਿੱਖ ਦੇ ਦਰਸ਼ਨ ਕਰਵਾਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਇੱਕ ਸਿੱਖ ਨੂੰ, ਜਿੱਥੋਂ ਸਾਰਿਆਂ ਨੂੰ ਪ੍ਰੇਰਨਾ ਪ੍ਰਾਪਤ ਹੁੰਦੀ ਕਿ ਭਾਈ ਇਹੋ ਜਿਹੇ ਗੁਰੂ ਕੇ ਸਿੱਖ ਵੀ ਹਨ ਜਿਹੜੇ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿੰਦੇ, ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ। ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਨਹੀਂ ਤੇ ਥੋੜ੍ਹਾ ਜਿਹਾ ਦੁੱਖ ਤਕਲੀਫ ਆ ਜਾਏ ਬੰਦਾ ਰੱਬ ਨੂੰ ਲਾਂਭੇ ਦਿੰਦਾ ਹੈ। ਤੁਹਾਨੂੰ ਰੱਬ ਨੂੰ ਇਹੋ ਹੀ ਘਰ ਲੱਭਾ ਸੀ, ਸਾਡਾ ਹੀ ਨੁਕਸਾਨ ਕਰਨਾ ਸੀ। ਗਿਲੇ ਗੁਜ਼ਾਰੀਆਂ ਕਰਦਿਆਂ ਜ਼ਿੰਦਗੀ ਲੰਘ ਜਾਂਦੀ ਹੈ। ਪਰ ਧੰਨ ਨੇ ਉਹ ਗੁਰਮੁਖ ਜਨ ਜਿਨ੍ਹਾਂ ਨੂੰ ਗੁਰੂ ਬਖਸ਼ਿਆ ਉਪਦੇਸ਼ ਸਮਝ ਆਇਆ ਤੇ ਉਹਨਾਂ ਨੇ ਕਮਾਇਆ। ਉਸ ਪਦ ਤੇ ਜਾ ਪਹੁੰਚੇ ਜਿੱਥੇ ਦੁਨੀਆ ਦੇ ਮੋਹ ਦੀਆਂ ਖਿੱਚਾਂ ਸਦੀਵ ਕਾਲ ਵਾਸਤੇ ਮੁੱਕ ਕਰਕੇ ਮਨੁੱਖ ਉਸ ਪ੍ਰੇਮ ਅਵਸਥਾ 'ਚ ਟਿਕ ਜਾਂਦਾ ਹੈ, ਜਿੱਥੇ ਸਾਰੇ ਆਪਣੇ ਪ੍ਰਤੀਤ ਹੁੰਦੇ ਹਨ, ਜਿੱਥੇ ਆਤਮਾ ਦੇ ਨਾਲ ਸਾਂਝ ਬਣਦੀ ਹੈ। ਸਰੀਰਾਂ ਦਾ ਸੰਸਾਰ ਤੇ ਜਨਮ ਧਾਰਨ ਕਰਕੇ ਆਉਣਾ, ਸਰੀਰਾਂ ਦਾ ਸੰਸਾਰ ਵਿੱਚ ਸਰੀਰ ਛੱਡ ਕਰਕੇ ਜਾਣਾ ਇੱਕ ਖੇਡ ਪ੍ਰਤੀਤ ਹੋ ਜਾਂਦੀ ਹੈ। ਸਮਝ ਪੈ ਜਾਂਦਾ ਕਿ ਨਾ ਕੋਈ ਜੰਮਦਾ ਤੇ ਨਾ ਕੋਈ ਮਰਦਾ ਹੈ, ਇਹ ਤਾਂ ਮਾਲਕ ਦੀ ਖੇਡ ਹੈ। ਤੇ ਉਸ ਖੇਡ ਨੂੰ ਵੇਖਣਾ ਚਾਹੀਦਾ ਹੈ, ਨਾ ਕਿ ਖੇਡ ਦੇ ਵਿੱਚ ਖਚਤ ਹੋ ਕਰਕੇ ਆਪਣਾ ਆਪ ਹੀ ਭੁਲਾ ਦੇਣਾ ਚਾਹੀਦਾ ਹੈ। ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਿੱਖ ਐਸੀਆਂ ਉੱਚੀਆਂ ਆਤਮਿਕ ਅਵਸਥਾ ਦੇ ਧਾਰਨੀ ਹਨ ਜੋ ਸੰਸਾਰ ਤੋਂ ਬੜਾ ਉੱਪਰ ਆਤਮਿਕ ਮੰਡਲਾਂ ਦੇ ਵਾਸੀ ਹਨ, ਜਿਨ੍ਹਾਂ ਦੀ ਆਤਮਾ ਪਰਮਾਤਮਾ ਦੇ ਨਾਲ ਇੱਕਮਿਕ ਹੋਈ ਸੰਸਾਰ ਦੇ ਸੁੱਖ ਦੁੱਖ ਵਾਦ ਘਾਟ ਨਫੇ ਤੇ ਨੁਕਸਾਨ ਤੋਂ ਬੜੀ ਉਚੇਰੀ ਵਿਚਰਦੀ ਹੈ। ਉਹਨਾਂ ਦੀ ਅਜਿਹੀ ਬਿਰਤੀ ਹੈ। ਸੋ ਇਹੋ ਜਿਹੇ ਗੁਰਮੁਖ ਪਿਆਰੇ ਸਤਿਗੁਰੂ ਦੇ ਦਰੋਂ ਘਰੋਂ ਵਰਸਾਏ ਹੋਏ ਨੇ।
ਅੱਗੇ ਹੋਰ ਗੁਰੂ ਕੇ ਸਿੱਖ ਆ ਰਹੇ ਨੇ ਸਾਹਿਬਾਂ ਦੇ ਕੋਲ, ਉਹਨਾਂ ਦੇ ਤਾਈਂ ਵੀ ਕਿਵੇਂ ਸਾਹਿਬਾਂ ਨੇ ਉਪਦੇਸ਼ ਬਖਸ਼ਿਆ, ਸਤਿਗੁਰੂ ਦੀ ਕਿਰਪਾ ਦੁਆਰਾ ਉਹ ਨਿਹਾਲ ਹੋਏ। ਉਹ ਸਾਰਾ ਪ੍ਰਸੰਗ ਜਿਵੇਂ ਕਵੀ ਰਾਜ ਮਹਾਕਵੀ ਗਿਆਨੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਾਨ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਬਿਰਜ ਭਾਸ਼ਾ ਦੇ ਵਿੱਚ ਇਹ ਸਾਰਾ ਗੁਰੂ ਕਾ ਇਤਿਹਾਸ ਉਚਾਰਨ ਕਰਦਿਆਂ ਹੋਇਆਂ ਸਾਨੂੰ ਸਰਵਣ ਕਰਵਾ ਰਹੇ ਹਨ। ਸ਼ਰਧਾ ਭਾਵਨਾ ਦੇ ਸਹਿਤ ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੋਇੰਦ ਗੋਲਾ ਮੋਹਨ ਤੀਨਾ, ਕੁਕ ਜਾਤ ਕੇ ਤਿਨ ਕੋ ਚੀਨ। ਅੱਗੇ ਤਿੰਨ ਗੁਰਸਿੱਖਾਂ ਦਾ ਜ਼ਿਕਰ ਭਾਈ ਸਾਹਿਬ ਜੀ ਨੇ ਕੀਤਾ ਹੈ। ਗੋਇੰਦ, ਗੋਲਾ ਔਰ ਮੋਹਨ ਇਹ ਗੁਰੂ ਕੇ ਸਿੱਖਾਂ ਦੇ ਨਾਮ ਹਨ। ਇਹਨਾਂ ਦੀ ਜਾਤ ਹੈ ਕੁਕ, ਕੁੱਕੂ ਜਾਤ ਦੇ ਹਨ। ਤਿੰਨ ਕੋ ਚੀਨ, ਤਿੰਨ ਕੋ ਇਹਨਾਂ ਨੂੰ ਜਾਣ ਲਓ। ਚੀਨ ਤੋਂ ਭਾਵ ਹੁੰਦਾ ਜਾਣ ਲਓ, ਸਮਝ ਲਓ ਕਿ ਕੁੱਕੂ ਜਾਤ ਨਾਲ ਸੰਬੰਧ ਰੱਖਣ ਵਾਲੇ ਭਾਈ ਗੋਇੰਦ ਗੋਲਾ ਤੇ ਮੋਹਨ ਤਿੰਨ ਗੁਰਸਿੱਖ ਸ਼੍ਰੀ ਅਰਜਨ ਕੇ ਢਿਗ ਚਲ ਆਏ, ਕਰ ਬੰਧਨ ਕੋ ਅਰਜ਼ ਅਲਾਏ। ਪੰਚਮ ਪਾਤਸ਼ਾਹ ਗੁਰਦੇਵ ਸ਼੍ਰੋਮਣੀ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਢਿਗ ਹੁੰਦਾ ਪਾਸ ਕੋਲ, ਸਾਹਿਬਾਂ ਦੇ ਪਾਸ ਕੋਲ ਚੱਲ ਕਰਕੇ ਆਏ। ਕਰ ਬੰਧਨ ਕੋ, ਆਉਂਦਿਆਂ ਸਾਰ ਸਾਹਿਬਾਂ ਨੂੰ ਬੰਧਨ ਕੀਤੀ, ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਅਰਜ਼ਾ ਲਾਏ। ਫਿਰ ਬੇਨਤੀ ਕੀਤੀ, ਸਤਿਗੁਰੂ ਜੀ ਨੂੰ ਅਰਦਾਸ ਕਰਨ ਲੱਗੇ। ਜਿਸ ਵਿਦ ਹੋਏ ਉਧਾਰ ਹਮਾਰੋ, ਸੋਰਾਵਰ ਉਪਦੇਸ਼ ਉਚਾਰੋ। ਮਹਾਰਾਜ ਜੀ ਕਿਰਪਾ ਕਰੋ, ਜਿਸ ਪ੍ਰਕਾਰ ਸਾਡਾ ਉਧਾਰ ਹੋ ਜਾਏ, ਸਾਡਾ ਭਲਾ ਹੋ ਜਾਏ, ਸਾਡਾ ਵੀ ਜੀਵਨ ਸਫਲ ਹੋ ਜਾਏ। ਮਹਾਰਾਜ ਇਹੋ ਜਿਹਾ ਕਿਰਪਾ ਕਰਕੇ ਕਲਿਆਣਕਾਰੀ ਉਪਦੇਸ਼ ਉਚਾਰੋ। ਐਸਾ ਸਾਨੂੰ ਉਪਦੇਸ਼ ਬਖਸ਼ੋ ਜਿਸ ਉਪਦੇਸ਼ ਨੂੰ ਧਾਰਨ ਕਰਕੇ ਕਮਾ ਕੇ ਸੁਣ ਕਰਕੇ ਸਾਡੀ ਵੀ ਜ਼ਿੰਦਗੀ ਦੀ ਨੌਕਾ ਸੰਸਾਰ ਸਾਗਰ ਭਵਜਲ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿੱਚ ਡੁੱਬਦੀ ਹੋਈ ਕਿਨਾਰੇ ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਜਾਏ। ਮਹਾਰਾਜ ਆਤਮਾ ਨਾ ਭਟਕਦੀ ਫਿਰੇ, ਕਿਰਪਾ ਕਰੋ ਅਜਿਹਾ ਉਪਦੇਸ਼ ਦੇਵੋ। ਸ਼੍ਰੀ ਮੁਕਤੇ ਪਰਮਾਵਨ ਕੀਨ, ਰਾਮ ਨਾਮ ਨਿਤ ਜਪੋ ਪ੍ਰਵੀਨ। ਇਹਨਾਂ ਗੁਰਸਿੱਖਾਂ ਦੀ ਬੇਨਤੀ ਸਰਵਨ ਕਰਕੇ ਪੰਚਮ ਗੁਰਦੇਵ ਆਖਣ ਲੱਗੇ, ਪਿਆਰਿਓ ਨਾਨਕ ਕਹਿ ਘਰ ਕੇਵਲ ਨਾਮ। ਸਤਿਗੁਰੂ ਨਾਨਕ ਦੇ ਘਰ 'ਚ ਕੇਵਲ ਨਾਮ ਦੀਆਂ ਬਰਕਤਾਂ ਬਖਸ਼ਿਸ਼ਾਂ ਤੇ ਵਡਿਆਈਆਂ ਹਨ। ਤੁਸੀਂ ਕੀ ਕਰੋ, ਰਾਮ ਨਾਮ ਨਿਤ ਜਪੋ ਪ੍ਰਵੀਨ। ਪ੍ਰਵੀਨ ਹੁੰਦਾ ਸਿਆਣੇ, ਤੁਸੀਂ ਸਿਆਣੇ ਸਮਝਦਾਰ ਹੋ। ਤੇ ਇਸ ਤਰ੍ਹਾਂ ਕਰੋ ਕਿ ਰਮੇ ਹੋਏ ਰਾਮ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਨਿਤਾਂ ਪ੍ਰਤੀ ਜਪਿਆ ਕਰੋ। ਹੁਣ ਬੜੀ ਹੈਰਾਨਗੀ ਹੁੰਦੀ, ਕਈ ਵਾਰੀ ਕਈ ਸਿੱਖਾਂ ਨੂੰ ਤਾਂ ਮਹਾਰਾਜ ਕਹਿ ਦਿੰਦੇ ਕਿ ਭਾਈ ਨਾਮ ਜਪੋ, ਕਈਆਂ ਨੂੰ ਕਹਿੰਦੇ ਸੇਵਾ ਕਰਿਆ ਕਰੋ, ਕਿਸੇ ਨੂੰ ਕਹਿੰਦੇ ਦਾਨ ਪੁੰਨ ਕਰਿਆ ਕਰੋ। ਸਾਰੇ ਸਿੱਖਾਂ ਵਾਸਤੇ ਉਪਦੇਸ਼ ਇੱਕੋ ਜਿਹਾ ਕਿਉਂ ਨਹੀਂ ਹੈ? ਸਤਿਗੁਰੂ ਪਾਰਦਰਸ਼ੀ ਹੈ, ਗੁਰੂ ਅੰਤਰਜਾਮੀ ਹੈ, ਗੁਰੂ ਦੀ ਨਿਗਾਹ ਅਗਲੇ ਪਿਛਲੇ ਕਈ ਜਨਮਾਂ ਤੱਕ ਜਾਂਦੀ ਹੈ। ਉਹ ਵੇਖ ਲੈਂਦੇ ਨੇ ਪਿਛਲਾ ਕਿ ਪਿਛਲੇ ਜਨਮ ਵਿੱਚ ਇਹਦੀ ਯਾਤਰਾ ਕਰਦਿਆਂ ਹੋਏ ਕਿੱਥੇ ਕਾ ਕੇ ਰੁਕੀ ਹੈ। ਜਦੋਂ ਸਰੀਰ ਛੁੱਟ ਗਿਆ, ਆਤਮਾ ਸਰੀਰ ਦਾ ਸਾਥ ਛੱਡ ਗਈ ਤੇ ਉਹ ਪੰਧ ਪੂਰਾ ਨਹੀਂ ਹੋ ਸਕਿਆ। ਹੁਣ ਕਿਹੜਾ ਤਰੀਕਾ ਵਰਤਿਆ ਜਾਏ ਤੇ ਉਹ ਪੰਧ ਜਿਹੜਾ ਪੂਰਾ ਹੋ ਜਾਏ, ਆਤਮਾ ਜਿਹੜੀ ਹੈ ਨਿਰੰਕਾਰ ਦੇ ਘਰ ਤੱਕ ਪਹੁੰਚ ਸਕੇ। ਅੰਤਰਜਾਮੀ ਦਿਵ ਦ੍ਰਿਸ਼ਟੇ ਸਤਿਗੁਰੂ ਪਾਰਦਰਸ਼ੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵੇਖ ਕਰਕੇ ਪਿਛਲੀ ਯਾਤਰਾ ਨੂੰ ਅੱਗੇ ਉਪਦੇਸ਼ ਦਿੰਦੇ ਨੇ, ਪਿਆਰਿਓ ਰਮਿਆ ਹੋਇਆ ਰਾਮ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਨਾਮ ਹੈ ਵਾਹਿਗੁਰੂ। ਸਤਨਾਮ ਵਾਹਿਗੁਰੂ ਇਹ ਨਾਮ ਨਿਤਾਂ ਪ੍ਰਤੀ ਜਪਿਆ ਕਰੋ। ਇਹ ਨਹੀਂ ਕਿ ਕਦੀ ਜਪ ਲਿਆ ਮਹੀਨੇ ਮੱਸਿਆ ਤੇ ਬਸ ਚਲੋ ਜੀ, ਰੋਜ਼ ਜਪਿਆ ਕਰੋ, ਵੱਧ ਤੋਂ ਵੱਧ ਜਪਿਆ ਕਰੋ। ਰਾਖੋ ਮਰਨ ਯਾਦ ਨਿਸ ਦਿਨ ਮੈਂ, ਪਾਪ ਨ ਹੋਏ ਲਖੋ ਗੁਣ ਮਨ ਮਹਿ। ਰਾਮ ਨਾਮ ਜਪਿਆ ਕਰੋ ਤੇ ਇੱਕ ਨਾਲ ਹੋਰ ਬੜੀ ਚੀਜ਼ ਧਾਰਨ ਕਰਨ ਵਾਲੀ ਉਹ ਰੱਖਿਆ ਕਰੋ। ਉਹ ਯਾਦ ਰੱਖਿਆ ਕਰੋ ਕੀ ਹੈ? ਉਹ ਹੈ ਮੌਤ। ਜਦੋਂ ਮੌਤ ਯਾਦ ਰੱਖੋਗੇ, ਮਰਨਾ ਚੇਤੇ ਰੱਖੋਗੇ ਨਾ, ਤੁਸੀਂ ਅਵਗੁਣਾਂ ਤੋਂ ਬਚ ਜਾਓਗੇ।
ਮਨੁੱਖ ਬਹੁਤ ਕੁਛ ਯਾਦ ਕਰ ਲੈਂਦਾ ਜ਼ਿੰਦਗੀ ਦੇ ਵਿੱਚ। ਇੱਥੋਂ ਤੱਕ ਸਾਹਿਬਾਂ ਦਾ ਬਚਨ ਹੈ, ਖਾਣਾ ਪੀਣਾ ਹੱਸਣਾ ਸੌਣਾ ਇਹ ਸਾਰਾ ਕੁਛ ਯਾਦ ਹੈ ਮਨੁੱਖ ਨੂੰ, ਪਰ ਵਿਸਰ ਗਿਆ ਹੈ ਮਰਨਾ, ਮੌਤ ਭੁੱਲ ਗਈ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਪਰਮਾਤਮਾ ਨੂੰ ਵਿਸਾਰ ਕਰਕੇ ਖੱਜਲ ਖੁਆਰੀ ਪੱਲੇ ਪਈ। ਇਹੋ ਜਿਹੇ ਜੀਵਨ ਨੂੰ ਤਰਕਾਰ ਹੈ। ਬੰਦੇ ਸੰਸਾਰ ਤੇ ਸਦਾ ਨਹੀਂ ਰਹਿਣਾ, ਜਾਂ ਰਹਿਣਾ ਨਾਹੀ ਐਤ ਜਗ, ਤਾਂ ਕਾਇਤ ਗਾਰਬ ਹੰਡੀਐ। ਕਾਹਦੇ ਵਾਸਤੇ ਹੰਕਾਰ ਨਾਲ ਭਰੇ ਫਿਰਦੇ ਹਾਂ। ਸੋ ਸਾਹਿਬ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਪਿਆਰਿਓ ਮੌਤ ਯਾਦ ਰੱਖੋ, ਮੌਤ ਨਾ ਭੁੱਲ ਜਾਇਓ। ਰਾਖੋ ਮਰਨ ਯਾਦ ਨਿਸ ਦਿਨ ਮੈਂ, ਰਾਤ ਦਿਨ ਮੌਤ ਨੂੰ ਯਾਦ ਰੱਖੋ। ਪਾਪ ਨਾ ਹੋਏ ਲਖੋ ਗੁਣ ਮਨ। ਜਦੋਂ ਤੁਸੀਂ ਮੌਤ ਨੂੰ ਯਾਦ ਰੱਖੋਗੇ ਨਾ, ਫਿਰ ਤੁਹਾਡੇ ਕੋਲੋਂ ਕੋਈ ਪਾਪ ਨਹੀਂ ਹੋਵੇਗਾ। ਲਖੋ ਗੁਣ ਮਨ ਮੈਂ, ਮਨ ਵਿੱਚ ਗੁਣ ਕਰਕੇ ਵਿਚਾਰ ਕਰਕੇ ਇਸ ਗੱਲ ਨੂੰ ਚੇਤੇ ਰੱਖਿਓ ਕਿ ਜਦੋਂ ਤੁਸੀਂ ਮਰਨਾ ਸਮਝ ਲਵੋਗੇ ਨਾ, ਇੱਕ ਨਾ ਇੱਕ ਦਿਨ ਮਰ ਜਾਣਾ ਹੈ, ਨਹੀਂ ਸੰਸਾਰ ਤੇ ਸਦਾ ਰਹਿਣਾ। ਫਿਰ ਤੁਸੀਂ ਪਾਪ ਕਰਮ ਕਰਨ ਤੋਂ ਪਰਹੇਜ਼ ਕਰੋਗੇ, ਪਾਪਾਂ ਤੋਂ ਭੈ ਮੰਨੋਗੇ। ਸਿਸ ਵਾਸਤੇ ਤੁਸੀਂ ਮੌਤ ਚੇਤੇ ਰੱਖੋ, ਮੌਤ ਨੂੰ ਯਾਦ ਰੱਖਣਾ। ਅਗ ਕਰ ਬੇਤੇ ਜਬ ਹਟ ਗਏ, ਪਿਛਲੇ RAM ਨਾਮ ਤੇ ਛਏ। ਜਦੋਂ ਤੁਸੀਂ ਪਾਪ ਕਰਮ ਕਰਨ ਤੋਂ ਹਟ ਗਏ, ਰੁਕ ਗਏ, ਪਿਛਾਂ ਹਟ ਗਏ, ਤੇ ਜਿਹੜੇ ਪਿਛਲੇ ਕੀਤੇ ਆ ਨਾ, ਉਹ ਵਾਹਿਗੁਰੂ ਦਾ ਨਾਮ ਜਪਦਿਆਂ ਜਪਦਿਆਂ ਛੇ ਹੋ ਜਾਣਗੇ। ਛੇ ਹੁੰਦਾ ਹੈ ਮੁੱਕ ਜਾਣੇ, ਖਤਮ ਹੋ ਜਾਣੇ। ਪਿਛਲੇ ਪਾਪ ਸਾਰੇ ਨਸ਼ਟ ਹੋ ਜਾਣਗੇ, ਨਾਸ਼ ਹੋ ਜਾਣਗੇ, ਤੇ ਅੱਗੇ ਵਾਸਤੇ ਤੁਸੀਂ ਪਾਪ ਕਰਮ ਕਰਨਾ ਬੰਦ ਕਰ ਦਿਓ। ਹੋਏ ਪੁਨੀਤ ਮਹਾ ਸੁਖ ਪਾਵੋ, ਨਿਰਮਲ ਅੰਤਹਿ ਕਰਣ ਬਨਾਵੋ। ਜਦੋਂ ਅੱਗੇ ਵਾਸਤੇ ਪਾਪ ਕਰਨੇ ਬੰਦ ਕਰ ਦਿੱਤੇ ਤੇ ਪਿਛਲੇ ਪਾਪ ਜਿਹੜੇ ਨੇ RAM ਨਾਮ ਜਪਦਿਆਂ ਜਪਦਿਆਂ ਸਾਰੇ ਮੁੱਕ ਜਾਣਗੇ। ਹੋਏ ਪੁਨੀਤ, ਫਿਰ ਤੁਸੀਂ ਪੁਨੀਤ ਪਵਿੱਤਰ ਹੋ ਜਾਓਗੇ, ਸਵੱਛ ਤੇ ਪਵਿੱਤਰ ਹਿਰਦੇ ਵਾਲੇ ਬਣ ਜਾਵੋਗੇ। ਮਹਾ ਸੁਖ ਪਾਵੋ, ਫਿਰ ਮਹਾਨ ਸੁਖ ਪਾਵੋਗੇ। ਉਹ ਸੁਖ ਜਿਹੜਾ ਆਤਮ ਸੁਖ ਹੈ, ਜਿਹੜਾ ਸੁਖ ਕਦੀ ਦੁੱਖ ਵਿੱਚ ਬਦਲਣ ਵਾਲਾ ਨਹੀਂ, ਜਿਹੜਾ ਸਦੀਵੀ ਸੁਖ ਹੈ, ਉਹ ਮਹਾਨ ਸੁਖ ਪ੍ਰਾਪਤ ਕਰੋਗੇ। ਇਸ ਵਾਸਤੇ ਨਿਰਮਲ ਅੰਤੇਕਰਨ ਬਣਾਓ, ਆਪਣੇ ਅੰਤਸ਼ਕਰਨ ਨੂੰ ਨਿਰਮਲ ਬਣਾਓ, ਸ਼ੁੱਧ ਬਣਾਓ। ਅੰਤਸ਼ਕਰਨ ਕਹਿੰਦੇ ਨੇ ਚਾਰ ਚੀਜ਼ਾਂ ਦੇ ਸੁਮੇਲ ਨੂੰ, ਮਿਲਾਪ ਨੂੰ। ਮਨ ਬੁੱਧ ਚਿੱਤ ਤੇ ਅਹੰਕਾਰ ਅਹੰ ਭਾਵ, ਇਹਨਾਂ ਚਾਰ ਚੀਜ਼ਾਂ ਦਾ ਜਿਹੜਾ ਸਮੂਹ ਇਹਨੂੰ ਅੰਤੇਕਰਨ ਆਖਿਆ ਜਾਂਦਾ ਹੈ। ਸੋ ਅੰਤਸ਼ਕਰਨ ਨੂੰ ਤੁਸੀਂ ਨਿਰਮਲ ਤੇ ਪਵਿੱਤਰ ਬਣਾਉਣਾ ਕਰੋ। ਬਹੁਰ ਗਿਆਨ ਕੀ ਉਤਪਤ ਹੋਏ, ਜਨਮ ਮਰਨ ਕੋ ਦੁਖ ਸਭ ਖੋਏ। ਤੇ ਜਦੋਂ ਤੁਹਾਡਾ ਅੰਤਸ਼ਕਰਨ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ, ਫਿਰ ਬ੍ਰਹਮ ਗਿਆਨ ਦੀ, ਆਤਮ ਗਿਆਨ ਦੀ ਉਤਪਤੀ ਹੋਵੇਗੀ। ਉਤਪਤੀ ਦਾ ਅਰਥ ਹੈ ਪ੍ਰਗਟ ਹੋਵੇਗਾ, ਪੈਦਾ ਹੋਵੇਗਾ। ਫਿਰ ਬ੍ਰਹਮ ਗਿਆਨ ਅੰਤਰ ਆਤਮੇ ਤੋਂ ਪੈਦਾ ਹੋ ਜਾਏਗਾ, ਤੇ ਉਸ ਬ੍ਰਹਮ ਗਿਆਨ ਦੀ ਬਦੌਲਤ ਜਨਮ ਮਰਨ ਕੋ ਦੁੱਖ ਸਭ ਖੋਏ। ਜੰਮਣ ਤੇ ਮਰਨ ਦਾ ਜਿਹੜਾ ਵੱਡਾ ਦੁੱਖ ਹੈ, ਉਹ ਸਾਰਾ ਦਾ ਸਾਰਾ ਮੁੱਕ ਜਾਵੇਗਾ। ਸ਼੍ਰੀ ਮੁਕਤੇ ਸੁਨ ਸ਼ੁਭ ਉਪਦੇਸ਼, ਲਾਗੇ ਸਿਮਰਨ ਕਰਨ ਹਮੇਸ਼। ਸਤਿਗੁਰੂ ਪਾਤਸ਼ਾਹ ਦੇ ਸੁਭਾਏ ਮਾਨ ਮੁਖ ਤੋਂ ਸੁਣ ਕਰਕੇ ਜਿਹੜਾ ਸ਼ੁਭ ਉਪਦੇਸ਼ ਸੀ, ਪਵਿੱਤਰ ਉਪਦੇਸ਼ ਸੀ, ਉਹ ਉਪਦੇਸ਼ ਸੁਣ ਕਰਕੇ ਹਮੇਸ਼ਾ ਵਾਸਤੇ ਸਿਮਰਨ ਕਰਨ ਲੱਗ ਪਏ, ਬੰਦਗੀ ਦੇ ਵਿੱਚ ਜੁੜ ਗਏ। ਨਿਕਟ ਗੁਰੂ ਕੇ ਸੇਵਤ ਰਹੇ, ਅੰਤ ਪਰਮ ਪਦ ਤੀਨੋ ਲਹੇ। ਪੰਚਮ ਪਾਤਸ਼ਾਹ ਗੁਰਦੇਵ ਸਤਿਗੁਰੂ ਦੇ ਕੋਲ ਰਹਿ ਕਰਕੇ ਲੰਮਾ ਸਮਾਂ ਸੇਵਾ ਕਰਦੇ ਰਹੇ। ਅਖੀਰ ਸਰੀਰ ਤਾਂ ਛੁੱਟਣਾ ਹੀ ਸੀ, ਸਰੀਰ ਦਾ ਤਾਂ ਧਰਮ ਹੈ। ਅੰਤ ਪਰਮ ਪਦ ਤੀਨੋ ਲਏ, ਅੰਤ ਅਖੀਰ ਪਰਮ ਪਦ ਜਿਹੜਾ ਸੀ ਨਾ, ਚੌਥੀ ਭੂਮਿਕਾ ਤੁਰਿਆ ਪਦ, ਉਹ ਤਿੰਨਾਂ ਹੀ ਗੁਰਮੁਖਾਂ ਨੇ ਪ੍ਰਾਪਤ ਕਰ ਲਏ। ਦੋਹਰਾ ਗੰਜ ਬਸੈ ਲਵਪੁਰੀ ਕੇ, ਮੋਹਨ ਆਲਮ ਚੰਦ। ਅੱਗੇ ਹੋਰ ਗੁਰਸਿੱਖ ਸਾਹਿਬਾਂ ਦੇ ਪਾਸ ਚੱਲ ਕਰਕੇ ਆਏ। ਲਾਹੌਰ ਦੇ ਵਿੱਚ ਇੱਕ ਬਾਜ਼ਾਰ ਹੈ, ਉਸ ਬਾਜ਼ਾਰ ਦਾ ਨਾਮ ਹੈ ਗੰਜ ਨਾਮੇ ਬਾਜ਼ਾਰ। ਗੰਜ ਬਸੇ ਲਵਪੁਰੀ ਕੇ, ਲਾਹੌਰ ਸ਼ਹਿਰ ਦੇ ਗੰਜ ਨਾਮੇ ਬਾਜ਼ਾਰ ਦੇ ਵਿੱਚ
ਗੁਰੂ ਕੇ ਸਿੱਖ ਵਸਦੇ ਨੇ ਭਾਈ ਮੋਹਣ ਤੇ ਭਾਈ ਆਲਮ ਚੰਦ। ਜੋਧਾ ਜਲੋ ਤੁਲਸਪੁਰ ਚਾਰੋਂ ਵੱਡੇ ਮਸੰਦ। ਭਾਈ ਜੋਧਾ ਭਾਈ ਜੱਲੋ ਤੁਰਸਪੁਰ, ਤੁਰਸਪੁਰ ਨਗਰ ਹੈ, ਉਥੋਂ ਦਾ ਹੀ ਰਹਿਣ ਵਾਲਾ ਹੈ। ਚਾਰੋਂ ਵੱਡੇ ਮਸੰਦੇ, ਚਾਰ ਸਿੱਖ ਵੱਡੇ ਮਸੰਦ ਨੇ ਜਿਨ੍ਹਾਂ ਦੇ ਨਾਮ ਦੱਸੇ ਨੇ, ਭਾਈ ਮੋਹਣ, ਭਾਈ ਆਲਮ ਚੰਦ, ਭਾਈ ਜੋਧਾ ਤੇ ਭਾਈ ਜੱਲੋ। ਇਹ ਚਾਰ ਗੁਰਸਿੱਖ ਨੇ ਤੇ ਚਾਰੇ ਹੀ ਬੜੇ ਵੱਡੇ ਮਸੰਦ ਹਨ। ਚੌਪਈ ਸ੍ਰੀ ਅਰਜਨ ਕੀ ਸੇਵਾ ਕਰਹਿ, ਅਨ ਹੈ ਧਨ ਸਿੱਖਨ ਮੈਂ ਫਿਰਹੀ। ਇਹ ਮਸੰਦ ਜਿਹੜੇ ਨੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦੇ ਹਨ। ਸਿੱਖ ਸੰਗਤਾਂ 'ਚ ਫਿਰ ਕਰਕੇ ਧਨ, ਜਿਹੜੀ ਕਾਰ ਸੇਵਾ ਹੈ ਧਨ ਦੀ, ਮਾਇਆ ਵਿਭੂਤੀ ਦੀ, ਗੁਰੂ ਕੇ ਨਿਮਿਤ ਜੋ ਸਿੱਖ ਸੰਗਤਾਂ ਦਸਵੰਧ ਕੱਢਦੀਆਂ ਨੇ, ਸੋ ਉਹ ਦਸਵੰਧ ਦੀ ਮਾਇਆ ਜਿਹੜੀ ਹੈ ਇਹ ਚਾਰੇ ਮਸੰਦ ਜਿਹੜੇ ਇਕੱਠੀ ਕਰਕੇ ਆਨੇ ਲੈ ਕਰਕੇ ਆਉਂਦੇ ਹਨ। ਗੁਰ ਵਿਰਾਟ ਕਾ ਖਾਹੇ ਨ ਆਪ, ਜਨ ਹੈ ਇਹ ਵਿਸਾਲ ਹੈ ਪਾਪ। ਇਹ ਜਿਹੜੇ ਮਸੰਦ ਨੇ ਬੜੇ ਧਰਮੀ ਹਨ ਤੇ ਧਰਮੀ ਦੇ ਕੋਲੋਂ ਪਾਪ ਵੀ ਡਰਦਾ ਹੈ। ਸੋ ਡਰੈ ਜੇ ਪਾਪ ਕਮਾਵੰਦਾ ਧਰਮੀ ਵਿਗਸੇਤ। ਡਰਦਾ ਉਹ ਜਿਹੜਾ ਪਾਪ ਕਰਦਾ, ਧਰਮੀ ਸਦਾ ਖੇੜੇ 'ਚ ਰਹਿੰਦਾ। ਇਹ ਨੇਕ ਪੁਰਸ਼ ਨੇ ਤੇ ਗੁਰ ਵਿਰਾਟ ਕਾ ਖਾਹੇ ਨਾ ਆਪ। ਸਤਿਗੁਰੂ ਦੇ ਨਿਮਿਤ ਜਿਹੜੀਆਂ ਸੰਗਤਾਂ ਭੇਟਾਂ ਦਿੰਦੀਆਂ ਨੇ, ਉਸ ਭੇਟਾਂ ਵਿੱਚੋਂ ਵਿਰਾਟ ਕਾ ਹੁੰਦੀ ਕੌਡੀ। ਕੌਡੀ ਜਿੰਨਾ ਵੀ ਧਨ ਆਪਣੇ ਪ੍ਰਯੋਜਨ ਵਾਸਤੇ ਰੱਖ ਕੇ ਨਹੀਂ ਵਰਤਦੇ। ਗੁਰੂ ਕੇ ਨਿਮਿਤ ਜੋ ਸੰਗਤਾਂ ਭੇਟਾਂ ਦਿੰਦੀਆਂ ਨੇ ਉਹ ਧਨ ਸਾਰਾ ਗੁਰੂ ਕਾ ਸਮਝਦੇ ਨੇ ਕਿ ਗੁਰੂ ਕੀ ਕਾਰ ਭੇਟਾ ਹੈ, ਸਤਿਗੁਰੂ ਦੇ ਅੱਗੇ ਹੀ ਜਾ ਕੇ ਅਰਪਣ ਕਰਨੀ ਹੈ। ਤੇ ਕੀ ਜਾਣਦੇ ਮਨ 'ਚ ਜਾਣੇ ਇਹ ਵਿਸਾਲ ਹੈ ਪਾਪ। ਮਨ 'ਚ ਜਾਣਦੇ ਨੇ ਕਿ ਬੜਾ ਵੱਡਾ ਪਾਪ ਹੈ। ਇਸ ਵਾਸਤੇ ਗੁਰੂ ਪਾਤਸ਼ਾਹ ਦੇ ਨਿਮਿਤ ਕੀਤੇ ਹੋਏ ਧਨ ਵਿੱਚੋਂ ਕੌਡੀ ਮਾਤਰ ਵੀ ਆਪ ਨਹੀਂ ਖਾਂਦੇ। ਮਿਲੈ ਆਹਾਰ ਬਿਖੈ ਜਿਮ ਮਾਖੀ, ਬੇਮਨ ਕਰਾਵਹਿ ਰਹਿ ਨ ਰਾਖੀ। ਇਹ ਜਾਣਦੇ ਨੇ ਕਿ ਆਹਾਰ ਹੁੰਦਾ ਭੋਜਨ ਵਿੱਚ, ਜਿਵੇਂ ਮੱਖੀ ਮਿਲ ਜਾਵੇ ਨਾ, ਤੇ ਮੱਖੀ ਇੱਕ ਅਜਿਹਾ ਜੀਵ ਹੈ ਕਿ ਜਦੋਂ ਬੰਦੇ ਦੇ ਅੰਦਰ ਚਲੇ ਜਾਵੇ ਤੁਰੰਤ ਹੀ ਉਲਟੀ ਆ ਜਾਂਦੀ ਹੈ। ਮੱਖੀ ਅੰਦਰ ਨਹੀਂ ਟਿਕ ਸਕਦੀ, ਭਾਵੇਂ ਉਹ ਕਿਸੇ ਰੂਪ ਵਿੱਚ ਅੰਦਰ ਜਾਵੇ, ਭਾਵੇਂ ਬੰਦੇ ਨੂੰ ਨਾ ਵੀ ਪਤਾ ਲੱਗੇ। ਭੋਜਨ ਵਿੱਚ ਮਿਲ ਕੇ ਮੱਖੀ ਅੰਦਰ ਚਲੀ ਜਾਵੇ ਤਾਂ ਉਲਟੀਆਂ ਲੱਗ ਜਾਂਦੀਆਂ ਨੇ। ਬਮਨ ਕਰਾਵੇ, ਬਮਨ ਹੁੰਦੀਆਂ ਉਲਟੀਆਂ। ਬਮਨ ਕਰਾਵੇ ਰਹੇ ਨਾ ਰਾਖੀ। ਕੋਈ ਬੰਦਾ ਯਤਨ ਵੀ ਕਰੇ ਨਾ ਕਿ ਮੱਖੀ ਅੰਦਰ ਢਿੱਡ 'ਚ ਰੱਖਣੀ, ਆਪਣੇ ਪੇਟ 'ਚ ਨਹੀਂ ਰੱਖ ਸਕਦਾ, ਕਿਉਂਕਿ ਮੱਖੀ ਅੰਦਰ ਟਿਕ ਹੀ ਨਹੀਂ ਸਕਦੀ। ਜਦੋਂ ਅੰਦਰ ਲੰਘਦਿਆਂ ਸਾਰੀ ਉਲਟੀਆਂ ਲਾ ਦਿੰਦੀ ਹੈ। ਤਯੋ ਗੁਰ ਕੇ ਧਨ ਕਰੇ ਦੁਰਾਵਨ, ਸਰਬ ਪਦਾਰਥ ਕਰੈ ਨਸਾਵਨ। ਇਸੇ ਤਰ੍ਹਾਂ ਜਿਹੜਾ ਬੰਦਾ ਗੁਰੂ ਕਾ ਧਨ, ਮਾਇਆ ਵਿਭੂਤੀ ਨੂੰ ਲੁਕਾਉਣਾ ਕਰਦਾ ਨਾ, ਜਿਹੜੀ ਸੰਗਤਾਂ ਨੇ ਦਿੱਤੀ ਤਾਂ ਗੁਰੂ ਨਿਮਿਤ ਹੈ, ਪਰ ਆਪਣੇ ਵਾਸਤੇ ਲੁਕਾ ਲੈਂਦਾ, ਵਿੱਚੋਂ ਆਸੇ ਪਾਸੇ ਕਰ ਲੈਂਦਾ ਖੱਬੇ ਸੱਜੇ, ਉਹ ਸਮਝੋ ਕਿ ਸਰਬ ਪਦਾਰਥ ਕਰੇ ਨਸਾਵਨ। ਆਪਣੇ ਘਰ ਦੇ ਸਾਰੇ ਪਦਾਰਥਾਂ ਨੂੰ ਨਸਾ ਲੈਂਦਾ, ਨਾਸ਼ ਕਰ ਦਿੰਦਾ। ਸ਼ਾਸਤਰਾਂ ਦਾ ਇੱਕ ਵਚਨ ਹੈ, ਗੁਰ ਕੇ ਧਨ ਕੋ ਨਰ ਜੋ ਹਰੈ। ਜਿਹੜਾ ਮਨੁੱਖ ਸਤਿਗੁਰੂ ਪਾਤਸ਼ਾਹ ਦੇ ਧਨ ਨੂੰ ਹਰੇ ਤੋਂ ਭਾਵ ਚੋਰੀ ਕਰ ਲੈਂਦਾ ਹੈ, ਚੁਰਾ ਲੈਂਦਾ, ਜਾਂ ਹੋਰ ਕਿਸੇ ਰੂਪ ਦੇ ਵਿੱਚ ਲੈ ਲੈਂਦਾ ਹੈ। ਹੱਥ ਤੇਜ ਭੂਖਨ ਦੁਖੀ ਹੈ ਹੋਇ ਮਰੇ। ਉਹ ਬੰਦਾ ਆਪਣਾ ਤੇਜ ਪ੍ਰਤਾਪ ਤੇ ਧਨ ਵਿਭੂਤੀ ਸਾਰੀ ਗਵਾ ਬੈਠਦਾ ਹੈ, ਅਖੀਰ ਦੁਖੀ ਹੋ ਕੇ ਮਰਦਾ ਹੈ। ਗੁਰ ਕੇ ਧਨ ਕੋ ਨਰ ਜੋ ਹਰੇ, ਹੱਥ ਤੇਜ ਭੂਖਨ ਦੁਖੀ ਹੋਇ ਮਰੇ। ਸਾਰਾ ਕੁਛ ਗਵਾ ਬੈਠਦਾ ਤੇ ਬੜਾ ਲਾਚਾਰ ਤੇ ਬੇਵਸ ਹੋ ਕਰਕੇ ਅਖੀਰ ਮਰਦਾ ਹੈ। ਇਹ ਸ਼ਾਸਤਰ ਵੀ ਕਹਿੰਦੇ ਨੇ, ਇਹ ਸਮਝਦੇ ਨੇ ਇਸ ਗੱਲ ਨੂੰ ਕਿ ਜਦੋਂ ਕੋਈ ਗੁਰੂ ਦੇ ਪੈਸੇ ਦੇ ਉੱਪਰ ਆਪਣਾ ਹੱਕ ਜਤਾਉਂਦਾ ਜਾਂ ਚੋਰੀ ਕਰਦਾ ਹੈ, ਉਹ ਸਮਝੋ ਆਪਣੇ ਸਾਰੇ ਘਰ ਦੇ ਪਦਾਰਥ ਨਾਸ਼ ਕਰਵਾ ਲੈਂਦਾ ਹੈ। ਹਰ ਸਰੀਰ ਕੋ ਦੇ ਕਰ ਛੀਨ, ਜਾਤੇ ਨਹੀਂ ਛਪਾਏ ਪ੍ਰਵੀਨ। ਤੇ ਜਿਹੜੇ ਸੰਗਤਾਂ ਨੇ ਗੁਰੂ ਨਿਮਿਤ ਭੇਟਾ ਦਿੱਤੀ ਕਿ ਕੋਈ ਵਿਅਕਤੀ, ਕੋਈ ਮਸੰਦ ਉਹਨੂੰ ਆਪਣੇ ਵਾਸਤੇ ਲੁਕਾ ਲਵੇ, ਛਪਾ ਲਵੇ, ਤੇ ਉਹ ਸਰੀਰ ਨੂੰ ਵੀ ਛੀਨ ਕਰ ਦਿੰਦੀ। ਸਰੀਰ ਨੂੰ ਕੋਈ ਨਾ ਕੋਈ ਰੋਗ ਲੱਗ ਜਾਂਦਾ, ਬਿਮਾਰੀ ਲੱਗ ਜਾਂਦੀ ਹੈ। ਜਾਣਤੇ ਨਹੀਂ ਛਪਾਏ ਪ੍ਰਵੀਨ, ਜਿਹੜੇ ਸਿਆਣੇ ਬੰਦੇ ਆ
ਉਹ ਸਤਿਗੁਰੂ ਦੇ ਅੱਗੇ ਰੱਖਿਆ ਹੋਇਆ ਧਨ ਸਤਿਗੁਰੂ ਦੇ ਵਾਸਤੇ ਅਰਪਣ ਕੀਤੀ ਸੰਗਤਾਂ ਦੀ ਮਾਇਆ ਨੂੰ ਛਪਾਉਂਦੇ ਨਹੀਂ, ਲੁਕਾਉਂਦੇ ਨਹੀਂ ਹਨ। ਸੋ ਚਾਰੋਂ ਇੱਕ ਦਿਨ ਰਥ ਚੜੇ, ਆਏ ਦਰਸਿਤ ਆਨੰਦ ਵੱਡੇ। ਇਹ ਚਾਰੇ ਮਸੰਦ ਜਿਹੜੇ ਭੈ ਭਾਵਨੀ ਵਾਲੇ ਸਨ, ਇੱਕ ਦਿਨ ਰਥ ਤੇ ਸਵਾਰ ਹੋ ਕਰਕੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਏ। ਹਿਤ ਦਾ ਅਰਥ ਹੈ ਵਾਸਤੇ, ਆਨੰਦ ਬੜੇ ਆਨੰਦ ਵਧਿਆ ਇਹਨਾਂ ਦੇ ਹਿਰਦੇ 'ਚ, ਆਨੰਦ ਦੇ ਵਿੱਚ ਟਿਕੇ ਹੋਏ ਨੇ। ਬੜਾ ਚਾਅ ਉਤਸ਼ਾਹ ਹੈ ਮਨਾਂ ਵਿੱਚ, ਬੜੇ ਚਾਅ ਆਨੰਦ ਖੁਸ਼ੀ ਦੇ ਨਾਲ ਰਥ ਤੇ ਸਵਾਰ ਹੋ ਕੇ ਸਾਹਿਬਾਂ ਦੇ ਦਰਸ਼ਨ ਕਰਨ ਵਾਸਤੇ ਆਏ। ਕੇਤਿਕ ਪੰਥ ਜਬੈ ਚਲ ਆਏ, ਨਿਕਸਿਓ ਏਕ ਸਰਪ ਅਗਵਾਏ। ਇਹ ਲਾਹੌਰ ਵਾਲੇ ਪਾਸੇ ਤੋਂ ਆ ਰਹੇ ਸੀ। ਜਦੋਂ ਰਸਤੇ ਵਿੱਚ ਚਲਦੇ ਚਲਦੇ ਕੁਛ ਕੁ ਪੈਂਡਾ ਲੰਘ ਕੇ ਆਏ ਨਾ, ਕੀ ਵੇਖਿਆ ਕਿ ਇੱਕ ਵੱਡਾ ਸਾਰਾ ਸੱਪ ਸਾਹਮਣੇ ਇਹਨਾਂ ਦੇ ਨਿਕਲ ਆਇਆ। ਫਣ ਬਿਲੰਦ ਕੋ ਕਰ ਹੈ ਕਰਕੇ ਉੱਚਾ, ਸਨਮੁਖ ਰਤ ਕੇ ਆਏ ਪਹੁੰਚਾ। ਉਹ ਸੱਪ ਜਿਹੜਾ ਸੀ ਫਣੀਅਰ ਸੱਪ ਸੀ, ਜਿਹਨੂੰ ਫਣੀਅਰ ਨਾਗ ਆਖਦੇ, ਜਿਹੜਾ ਫਣ ਉੱਪਰ ਉੱਚੀ ਕਰ ਲੈਂਦਾ ਹੈ, ਫੈਲਾ ਲੈਂਦਾ ਹੈ। ਉਹ ਸੱਪ ਨੇ ਆਪਣਾ ਫਣ ਜਿਹੜਾ ਸੀ ਨਾ ਫੈਲਾ ਕੇ ਉੱਚਾ ਕੀਤਾ ਤੇ ਰਥ ਦੇ ਸਾਹਮਣੇ ਆ ਕਰਕੇ ਪਹੁੰਚ ਗਿਆ। ਕਰੀ ਅਪਰ ਦਿਸ਼ ਰਥ ਦਿਸ ਹੀਰ, ਤਿਤ ਕੋ ਸਮੁਖ ਭਇਓ ਇਹ ਫੇਰ। ਸਿੱਖਾਂ ਨੇ ਸੱਪ ਸਾਹਮਣੇ ਆ ਕੇ ਆਇਆ ਵੇਖ ਕਰਕੇ ਤੇ ਆਪਣਾ ਰਥ ਜਿਹੜਾ ਸੀ ਪਾਸੇ ਮੋੜ ਲਿਆ, ਪਾਸਿਓਂ ਦੀ ਲਗਾਉਣਾ ਚਾਹਿਆ। ਕਿਉਂਕਿ ਜਿਹੜੇ ਗੁਰਮੁਖ ਜਨ ਨੇ ਉਹ ਸੱਪ ਤੱਕ ਵੀ ਨਹੀਂ ਮਾਰਦੇ। ਆਮ ਬੰਦੇ ਨੂੰ ਡਰ ਹੁੰਦਾ ਕਿ ਸੱਪ ਕਿਤੇ ਲੜ ਨਾ ਜਾਵੇ। ਬੰਦੇ ਨੂੰ ਲੜਿਆ ਵੀ ਨਹੀਂ ਤੇ ਬੰਦਾ ਪੱਥਰ ਚੁੱਕ ਲੈਂਦਾ, ਕੋਈ ਡਾਂਗ ਚੁੱਕ ਲੈਂਦਾ, ਕਿਤੇ ਸੱਪ ਨੂੰ ਬਾਹਰੋਂ ਪਹਿਲਾਂ। ਘਰ ਵਿੱਚ ਆ ਵੜੇ, ਸਾਰੀ ਰਾਤ ਸਾਰੇ ਟੱਬਰ ਨੂੰ ਨੀਂਦ ਨਹੀਂ ਆਉਂਦੀ। ਪਰ ਗੁਰਮੁਖਾਂ ਦੇ ਪਾਸ ਬੜੇ ਸੱਪ ਆਉਂਦੇ ਨੇ, ਪਹਿਰਾ ਵੀ ਦਿੰਦੇ ਹਨ, ਸੇਵਾ ਵਿੱਚ ਹਾਜ਼ਰ ਰਹਿੰਦੇ ਨੇ, ਪ੍ਰੀਖਿਆ ਵੀ ਹੁੰਦੀ ਹੈ। ਬਹੁਤ ਤਰ੍ਹਾਂ ਦੇ ਕੌਤਕ ਵਰਤਦੇ ਨੇ ਜਿਹੜੇ ਆਤਮ ਮਾਰਗ ਦੇ ਪੰਧ ਤੇ ਤੁਰਦੇ ਨੇ। ਇਹ ਗੁਰਸਿੱਖ ਜਾਣਦੇ ਸਨ ਕਿ ਸੱਪ ਕੋਈ ਆਮ ਨਹੀਂ ਹੈ, ਇਸ ਵਾਸਤੇ ਇਹਦੇ ਉੱਪਰੋਂ ਦੀ ਰੱਥ ਨਹੀਂ ਲਗਾਉਣਾ। ਉਹਨਾਂ ਪਾਸੇ ਸਾਈਡ ਤੇ ਕਰਕੇ ਆਪਣਾ ਰੱਥ ਜਦੋਂ ਲਗਾਉਣਾ ਚਾਹਿਆ, ਇਹ ਸੱਪ ਫਿਰ ਰੱਥ ਦੇ ਸਾਹਮਣੇ ਆ ਕਰਕੇ ਉੱਚਾ ਫਨ ਕਰਕੇ ਖਲੋ ਗਿਆ। ਮੋਹਨ ਦੇਖ ਉਤਰ ਤਵ ਪਰਿਓ, ਇੱਕ ਘਟ ਲੈ ਐ ਆਗੇ ਧਰਿਓ। ਭਾਈ ਮੋਹਨ ਜਿਹੜਾ ਸੀ ਦਿਆਲੂ ਸੁਭਾਅ ਵਾਲਾ ਸੀ, ਉਹ ਵੇਖ ਕਰਕੇ ਨਾ ਸੱਪ ਦੀ ਐਸੀ ਦਸ਼ਾ ਹਾਲਤ ਤੇ ਰੱਥ ਤੋਂ ਥੱਲੇ ਉਤਰ ਪਿਆ। ਉਹਨੇ ਇੱਕ ਘੜਾ ਲਿਆ, ਘੱਟ ਹੁੰਦਾ ਮਟਕਾ, ਘੜਾ ਲੈ ਕਰਕੇ ਤੇ ਸੱਪ ਦੇ ਅੱਗੇ ਰੱਖਿਆ। ਕਹਿਓ ਦਰਸ ਗੁਰ ਕੋ ਜੇ ਚਾਹੇ, ਤੋ ਪ੍ਰਵੇਸ਼ ਕਰ ਇਸ ਘਟ ਮਾਹੇ। ਤੇ ਸੱਪ ਨੂੰ ਸੰਬੋਧਨ ਆ ਕੇ ਹੋ ਕੇ ਉਹ ਸਿੱਖ ਭਾਈ ਮੋਹਨ ਮਸੰਦ ਆਖਣ ਲੱਗਾ ਕਿ ਭਾਈ ਭਲਿਆ ਲੋਕਾ, ਜੇਕਰ ਗੁਰੂ ਸਾਹਿਬ ਦਾ ਦਰਸ਼ਨ ਕਰਨਾ ਚਾਹੁੰਦਾ ਨਾ ਤਾਂ ਫਿਰ ਇਸ ਘੜੇ ਦੇ ਵਿੱਚ ਪ੍ਰਵੇਸ਼ ਹੋ ਜਾਣਾ ਕਰ, ਇਸ ਘੜੇ ਦੇ ਵਿੱਚ ਵੜ ਜਾਣਾ ਕਰ। ਅੰਨਗ ਭਰਿਓ ਬੀਚ ਤਤਕਾਲ, ਮੁਖ ਆਸ਼ਾਦ ਕਟੋਰੇ ਨਾਲ। ਜਦੋਂ ਉਹ ਸੱਪ ਪੰਨਗ ਭਰਿਓ, ਛੇਤੀ ਨਾਲ ਸੱਪ ਜਿਹੜਾ ਸੀ ਨਾ ਸੁਣਦਿਆਂ ਸਾਰੇ ਕਟੋਰੇ ਉਹ ਘੜੇ ਵਿੱਚ ਵੜ ਗਿਆ। ਤੇ ਉਸ ਘੜੇ ਦੇ ਉੱਪਰੋਂ ਜਿਹੜਾ ਮੂੰਹ ਸੀ ਨਾ ਕਟੋਰੇ ਨਾਲ, ਕੋਈ ਚੱਪਣ ਚੁੱਪਣ ਦੇ ਨਾਲ ਢੱਕ ਦਿੱਤਾ। ਤੇ ਇਸ ਤਰ੍ਹਾਂ ਉਸ ਕਟੋਰੇ ਦਾ ਮੂੰਹ ਜਿਹੜਾ, ਉਸ ਘੜੇ ਦਾ ਮੂੰਹ ਜਿਹੜਾ ਸੀ ਉਹ ਕੱਜ ਕਰਕੇ। ਰਥ ਮੈਂ ਧਰ ਕਰ ਆਏ ਸੁਧਾਸਰ, ਪ੍ਰਥਮੈ ਡੇਰਾ ਕੀਨ ਉਤਰ ਕਰ। ਰਥ ਦੇ ਵਿੱਚ ਉਹ ਘੜਾ ਰੱਖ ਲਿਆ ਜਿਹਦੇ ਚ ਸੱਪ ਪਾ ਲਿਆ ਸੀ, ਸੱਪ ਵੜ ਗਿਆ ਸੀ। ਆਏ ਸੁਧਾਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਪਹੁੰਚੇ। ਪ੍ਰਥਮੇ ਡੇਰਾ ਕੀਨ ਉਤਰ ਕਰ, ਪਹਿਲਾਂ ਉਤਰ ਕਰਕੇ ਡੇਰਾ ਪੜਾ ਕੀਤਾ। ਪੁਨ ਸ਼੍ਰੀ ਅਰਜਨ ਕੇ ਢਿਗਿਆਏ, ਹਾਥ ਬੰਦ ਕਰ ਮਾਤ ਨਿਵਾਏ। ਫਿਰ ਗੁਰੂ ਅਰਜਨ ਦੇ ਪਾਤਸ਼ਾਹ ਦੇ ਕੋਲ ਆਏ ਤੇ ਹੱਥ ਬੰਨ ਕਰਕੇ ਦੋਵੇਂ ਹੱਥ ਜੋੜ ਕੇ ਸਾਹਿਬਾਂ ਨੂੰ ਮਾਥ ਨਿਵਾਏ, ਮੱਥਾ ਨਿਵਾਇਆ, ਮਸਤਕ ਟੇਕਿਆ। ਸਤਿਗੁਰੂ ਪਾਤਸ਼ਾਹ ਨੂੰ ਸ਼ਰਧਾ ਭਾਵਨਾ ਨਾਲ ਸੀਸ ਝੁਕਾ ਕੇ ਨਮਸਕਾਰ ਕੀਤੀ। ਕਹਿਓ ਗੁਰੂ ਤੁਮ ਕੇਤਕ ਅਹੋ, ਦਰਸ਼ਨ ਹਿਤ ਆਏ ਸੋ ਕਹੋ। ਹੁਣ ਗੁਰੂ ਅੰਤਰਜਾਮੀ ਹਨ। ਸਤਿਗੁਰੂ ਪਾਤਸ਼ਾਹ ਨੇ ਪੁੱਛਿਆ, ਭਾਈ ਸਿੱਖੋ ਤੁਮ ਕੇਤਕ ਆਹੋ, ਤੁਸੀਂ ਕਿਤਨੇ ਸਿੱਖ ਆਏ ਹੋ, ਕਿੰਨੇ ਜਾਣੇ ਹੋ?
ਦਰਸ਼ਨ ਹਿਤ ਆਏ ਸੋ ਕਹੋ। ਜਿੰਨੇ ਜਾਣੇ ਸਿੱਖ ਦਰਸ਼ਨ ਕਰਨ ਵਾਸਤੇ ਆਇਓ ਨਾ, ਆਪਣੇ ਬਾਰੇ ਦੱਸਣਾ ਕਰੋ। ਸੁਨ ਕੈ ਕਹਿਓ ਗਰੀਬ ਨਿਵਾਜ, ਹਮ ਚਾਰੋ ਪ੍ਰਾਪਤ ਭੇ ਆਜ। ਇਹਨਾਂ ਸਿੱਖਾਂ ਨੇ ਸਾਹਿਬਾਂ ਕੋਲੋਂ ਸੁਣ ਕੇ ਆਖਿਆ, ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ, ਅਸੀਂ ਅੱਜ ਹੀ ਚਾਰੇ ਸਿੱਖ ਇੱਥੇ ਪ੍ਰਾਪਤ ਭੇ ਆ ਕਰਕੇ ਪਹੁੰਚੇ ਹਾਂ। ਅੱਜ ਹੀ ਅਸੀਂ 4 ਸਿੱਖ ਆਏ ਹਾਂ, 4 ਦੀ ਗਿਣਤੀ ਹੈ ਸਾਡੀ। ਗੁਰ ਬੋਲੇ ਸਿੱਖ ਪੰਚੋ ਇਹੋ, ਪੰਚਨ ਕੋ ਪ੍ਰਸਾਦ ਇਨ ਦਿਓ। ਤੇ ਗੁਰੂ ਪਾਤਸ਼ਾਹ ਦੇ ਕੋਲ ਇੱਕ ਸਿੱਖ ਖਲੋਤਾ ਸੀ। ਸਾਹਿਬ ਉਸ ਸਿੱਖ ਨੂੰ ਮੁਖਾਤਬ ਹੁੰਦੇ ਆਖਣ ਲੱਗੇ, 5 ਸਿੱਖ ਨੇ, 4 ਨਹੀਂ, ਇਹ 5 ਹਨ। ਇਸ ਵਾਸਤੇ ਸਿੱਖਾਂ ਪੰਚਨ ਕੋ ਪ੍ਰਸਾਦ ਦਿੰਦੇ ਹੋ। ਇਹਨਾਂ 5 ਜਾਣਿਆਂ ਦਾ ਪ੍ਰਸ਼ਾਦ ਇਹਨਾਂ ਨੂੰ ਦੇਣਾ ਕਰੋ। ਘਟ ਮੈਂ ਮੇਲ ਸਰਪ ਜੋ ਆਨਾ, ਪੂਰਵ ਜਨਮ ਸੰਦ ਮਹਾਨਾ। ਤੇ ਜਿਹੜਾ ਇਹਨਾਂ ਸਿੱਖਾਂ ਨੇ ਘੜੇ ਦੇ ਵਿੱਚ ਪਾ ਕਰਕੇ ਸੱਪ ਲੈ ਕਰਕੇ ਆਂਦਾ ਨਾ, ਇਹ ਪੂਰਬ ਜਨਮ ਮਸੰਦ ਮਹਾਨਾ, ਇਹ ਪਿਛਲੇ ਜਨਮ ਦਾ ਵੱਡਾ ਮਸੰਦ ਸੀ। ਵਿਦਾ ਅਹੰਕਾਰ ਵਿਖੈ ਰਹਿ ਪਾਗੇ, ਨਹੀਂ ਨਿਮਿਓ ਇਹ ਸਿੱਖਨ ਆਗੇ। ਤੇ ਇਹਦਾ ਜਿਹੜਾ ਹਿਰਦਾ ਮਨ ਸੀ ਨਾ, ਉਹ ਹੰਕਾਰ ਦੇ ਵਿੱਚ ਹੀ ਲੱਗਾ ਰਹਿੰਦਾ ਸੀ। ਹੰਕਾਰ ਵਿੱਚ ਹੀ ਰਹਿ ਪਾਗੇ, ਇਹਦਾ ਮਨ ਰੰਗਿਆ ਲੱਗਾ ਰਿਹਾ, ਫਸਿਆ ਰਿਹਾ, ਤੇ ਗੁਰੂ ਕੇ ਸਿੱਖਾਂ ਦੇ ਅੱਗੇ ਝੁਕਿਆ ਨਹੀਂ। ਗੁਰੂ ਕੇ ਸਿੱਖਾਂ ਦਾ ਨੇ ਅਦਬ ਹੀ ਨਹੀਂ ਕੀਤਾ। ਤੇ ਗੁਰੂ ਦਾ ਜਿਹੜਾ ਅਦਬ ਕਰਦਾ ਤੇ ਗੁਰੂ ਦੇ ਸਿੱਖਾਂ ਦਾ ਨਹੀਂ ਕਰਦਾ, ਸਮਝ ਲਵੋ ਕਿ ਉਹ ਸਤਿਗੁਰੂ ਪਾਤਸ਼ਾਹ ਦੀ ਖੁਸ਼ੀ ਨਹੀਂ ਲੈ ਸਕਦਾ। ਉਹਨੇ ਗੁਰਮਤਿ ਨੂੰ ਸਮਝਿਆ ਨਹੀਂ, ਜਿਹੜਾ ਗੁਰੂ ਕੇ ਸਿੱਖਾਂ ਦਾ ਅਦਬ ਨਹੀਂ ਕਰਦਾ। ਸੋ ਸਤਿਗੁਰੂ ਪਾਤਸ਼ਾਹ ਆਖਣ ਲੱਗੇ, ਨਹਿ ਨਿਮਿਓ ਇਹ ਸਿੱਖਣੇ ਆ ਕੇ। ਗੁਰੂ ਕਾ ਮਸੰਦ ਖਵਾਉਂਦਾ ਸੀ ਆਪਣੇ ਆਪ ਨੂੰ, ਪਰ ਇਹ ਗੁਰੂ ਕੇ ਸਿੱਖਾਂ ਦੇ ਅੱਗੇ ਕਦੀ ਝੁਕਿਆ ਨਹੀਂ ਸੀ। ਯਾ ਤੇ ਫਣ ਊਚੋ ਗਤ ਪਾਈ, ਅਰ ਇਨ ਗੁਰ ਕੀ ਕਾਰ ਛਪਾਈ। ਜਾਂ ਤੇ ਇਸ ਵਾਸਤੇ ਫਨ ਉੱਚੋ ਗਤ ਪਾਈ, ਉੱਚੀ ਫਨ ਵਾਲੀ, ਇਹਨੇ ਗਤ ਦਾ ਅਰਥ ਇੱਥੇ ਹਾਲਤ, ਉੱਚੇ ਫਨ ਵਾਲੀ, ਸੱਪ ਵਾਲੀ ਇਹਨੇ ਹਾਲਤ ਅਵਸਥਾ ਪ੍ਰਾਪਤ ਕੀਤੀ ਹੈ। ਅਰ ਇਨ ਗੁਰ ਕੀ ਕਾਰ ਛਪਾਈ, ਤੇ ਹੋਰ ਸੁਣ ਲਓ, ਇਹਨੇ ਗੁਰੂ ਕੀ ਕਾਰ ਭੇਟਾ ਵੀ ਲੁਕਾਈ ਸੀ। ਸਤਿਗੁਰੂ ਦੇ ਨਿਮਿਤ ਜੋ ਸਿੱਖ ਸੰਗਤਾਂ ਕਾਰ ਭੇਟਾ ਇਹਨੂੰ ਦਿੱਤੀ ਸੀ, ਇਹਨੇ ਉਹ ਵੀ ਲੁਕਾ ਲਈ, ਛਪਾ ਲਈ ਸੀ। ਤੇ ਸਿਰ ਉੱਚਾ ਕਰਕੇ ਤੁਰਦਾ ਸੀ, ਹੰਕਾਰ ਦੇ ਨਾਲ ਬੜਾ ਫਰਿਆ ਰਹਿੰਦਾ ਸੀ। ਇਸ ਵਾਸਤੇ ਇਹਨੇ ਉੱਚੇ ਫਨ ਵਾਲੇ ਸੱਪ ਦੀ ਹਾਲਤ ਪ੍ਰਾਪਤ ਕੀਤੀ ਹੈ। ਯਾ ਤੇ ਬਨਿਓ ਸਰਪ ਬਿਖਰ ਭੂਰਾ, ਅਬ ਲਿਖਾਵੋ ਹਮਰੇ ਸੋ ਹਜੂਰ। ਇਸ ਵਾਸਤੇ ਬਣਿਓ ਸਰਪ, ਸੱਪ ਬਣਿਆ ਕਿਹੜਾ? ਸੱਪ ਬਿਖ ਭੂਰ, ਭੂਰ ਹੁੰਦੀ ਬਹੁਤੀ ਜ਼ਿਆਦੀ, ਬਹੁਤੀ ਜ਼ਿਆਦੀ ਬਿਖ ਜ਼ਹਿਰ ਵਾਲਾ ਇਹ ਭਿਆਨਕ ਸੱਪ ਬਣਿਆ ਹੈ, ਜ਼ਹਿਰੀਲਾ ਸੱਪ ਬਣਿਆ ਹੈ। ਅਬ ਲਿਆਓ ਹਮਰੇ ਸੋਜੂਰ, ਹੁਣ ਲਿਆਓ ਇਹਨੂੰ ਸਾਡੇ ਪਾਸ ਇਹਦੀ ਕਲਿਆਣ ਕਰੀਏ। ਦਿਆਲੂ ਕਿਰਪਾਲੂ ਸਤਿਗੁਰੂ ਮਿਹਰ ਦੇ ਘਰ ਵਿੱਚ ਆ ਗਏ। ਫਿਰ ਵੀ ਸਾਡਾ ਰਿਹਾ ਕਿਸੇ ਸਮੇਂ ਗੁਰੂ ਘਰ ਨਾਲ ਸੰਬੰਧ ਰਿਹਾ ਹੈ। ਇਸੇ ਨੂੰ ਕਹਿੰਦੇ ਨੇ ਕਾਢੀ ਨਰਕ ਤੇ ਧੂ। ਜਦੋਂ ਗੁਰੂ ਚਾਹੇ ਨਰਕਾਂ ਵਿੱਚੋਂ ਧੂ ਕੇ ਬਾਹਰ ਕੱਢ ਲੈਂਦਾ ਹੈ, ਗੁਰੂ ਜਦੋਂ ਪ੍ਰਸੰਨ ਹੋਵੇ। ਸਿੱਖਾਂ ਨੂੰ ਸਾਹਿਬਾਂ ਆਖਿਆ, ਲਿਆਓ ਭਾਈ ਮੜਕੇ ਵਿੱਚੋਂ ਕੱਢੋ ਇਹਨੂੰ ਬਾਹਰ, ਸਾਡੇ ਪਾਸ ਲਿਆਓ। ਸੁਨ ਗੁਰ ਬਾਕ ਉਠਾਏ ਸੋ ਲਿਆਏ, ਧਰ ਦੀਵਾਨ ਮੈਂ ਮੁਖ ਉਗਰਾਏ। ਗੁਰੂ ਪਾਤਸ਼ਾਹ ਦਾ ਵਚਨ ਸੁਣ ਕਰਕੇ ਨਾ, ਇਹਨਾਂ ਜਿੱਥੇ ਉਹ ਘੜਾ ਰੱਖਿਆ ਸੀ ਨਾ, ਉਹ ਸੱਪ ਵਾਲਾ ਉੱਥੋਂ ਚੁੱਕ ਕੇ ਲੈ ਆਏ। ਦੀਵਾਨ ਸੱਜ ਰਿਹਾ ਸੀ, ਗੁਰੂ ਅਰਜਨ ਦੇ ਪਾਤਸ਼ਾਹ ਦੇ ਸਾਹਮਣੇ ਲਿਆ ਕੇ ਘੜਾ ਰੱਖ ਕਰਕੇ ਤੇ ਉਹਦਾ ਮੁਖ ਉਗਰਾਏ। ਮੂੰਹ ਜਿਹੜਾ ਸੀ ਉਹ ਘੜੇ ਦਾ ਖੋਲ ਦਿੱਤਾ। ਫਣ ਉਠਾਏ ਕਰ ਨਿਕਸਿਓ ਬਾਹਰ, ਖਰੋ ਸਭਨ ਮੈਂ ਹੀਰਿਓ ਜਾਹਰ। ਇਹ ਆਪਣਾ ਫਨ ਉਠਾ ਕੇ ਉੱਪਰ ਫਨ ਕਰਕੇ ਘੜੇ ਤੋਂ ਬਾਹਰ ਨਿਕਲ ਆਇਆ। ਸਭਨ ਖਰੋ ਸਭਨ ਮੈਂ ਹੀਰਿਓ ਜਾਹਰ, ਸਾਰਿਆਂ ਦੇ ਵਿੱਚ ਖਲੋਤਾ ਹੋਏ ਨੂੰ ਜਾਹਰਾ ਪ੍ਰਗਟ ਤੌਰ ਤੇ ਸਾਰਿਆਂ ਨੇ ਵੇਖਿਆ। ਜਿੰਨੀ ਸੰਗਤ ਸੱਜ ਰਹੀ ਸੀ ਦੀਵਾਨ ਵਿੱਚ, ਉਹਨਾਂ ਸਾਰਿਆਂ ਦੇ ਵਿੱਚ ਪ੍ਰਤੱਖ ਤੌਰ ਤੇ ਇਹਨੂੰ ਖਲੋਤਾ ਹੋਇਆ ਵੇਖਿਆ ਗਿਆ। ਗੁਰੂ ਕਹਿਓ ਸਰ ਅੰਮ੍ਰਿਤ ਆਨੋ, ਸਭ ਤਨ ਪਰ ਛਿੜਕਾਵਨ ਠਾਨੋ। ਪੰਚਮ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਦੇ ਪਾਤਸ਼ਾਹ ਆਖਣ ਲੱਗੇ, ਪਿਆਰਿਓ ਸਿੱਖੋ, ਜਾਓ ਸਰ ਸਰੋਵਰ ਦੇ ਚੋਂ ਅੰਮ੍ਰਿਤ ਲੈ ਕੇ ਆਓ। ਗੁਰੂ ਅਰਜਨ ਦੇ ਪਾਤਸ਼ਾਹ ਤਾਂ ਅੰਮ੍ਰਿਤ ਕਹਿ ਰਹੇ ਨੇ ਸਰੋਵਰ ਦੇ ਜਾਲੋਂ, ਤੇ ਅੱਜ ਦੇ ਜਿਹੜੇ ਨਿੰਦਕ ਲੋਕ ਨੇ ਉਹ ਕਹਿੰਦੇ ਆਮ ਪਾਣੀ ਹੈ। ਆਮ ਪਾਣੀ ਹੁੰਦਾ ਨਦੀਆਂ ਦਾ, ਦਰਿਆਵਾਂ, ਨਹਿਰਾਂ ਦਾ, ਥੋੜਾ ਆਮ ਪਾਣੀ ਹੈ।
ਪਰ ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਸਰੋਵਰ ਦਾ ਅੰਮ੍ਰਿਤ ਜਲ ਹੈ, ਉਹ ਅੰਮ੍ਰਿਤ ਹੈ। ਉਹਦੀ ਤਸੀਰ ਵੱਖਰੀ ਹੈ, ਉਹ ਬਖਸ਼ਾਂ ਤੇ ਰਹਿਮਤਾਂ ਦੇ ਨਾਲ ਭਰਿਆ ਹੋਇਆ। ਬਾਣੀ ਦੀਆਂ ਤਰੰਗਾਂ ਦੇ ਨਾਲ ਉਹਦੀ ਇੱਕ ਇੱਕ ਲਹਿਰ ਐਨ ਲਬਰੇਜ ਹੋਈ ਹੈ, ਬਾਣੀ ਉਸ ਵਿੱਚ ਮਿਲੀ ਹੋਈ ਹੈ। ਸੋ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਜਾਓ ਭਾਈ ਸਿੱਖੋ, ਸਰੋਵਰ ਵਿੱਚੋਂ ਅੰਮ੍ਰਿਤ ਲੈ ਕੇ ਆਓ ਤੇ ਇਹਦੇ ਸਾਰੇ ਸਰੀਰ ਦੇ ਉੱਪਰ ਉਸ ਅੰਮ੍ਰਿਤ ਦਾ ਛੱਟਾ ਮਾਰੋ, ਉਹ ਛਿੜਕਾਉਣਾ ਕਰੋ। ਤਤ ਛਿਨ ਐ ਤਨ ਤਿਆਗ ਦਿਓ ਹੈ, ਰੂਪ ਪ੍ਰਕਾਸ਼ ਆਕਾਸ਼ ਗਇਓ ਹੈ। ਸਿੱਖਾਂ ਨੇ ਇਸੇ ਤਰ੍ਹਾਂ ਕੀਤਾ। ਅੰਮ੍ਰਿਤ ਸਰੋਵਰ ਵਿੱਚੋਂ ਜਲ ਲੈ ਕਰਕੇ ਆਂਦਾ, ਅੰਮ੍ਰਿਤ ਜਲ ਦਾ ਜਦੋਂ ਛਿੜਕਾ ਕੀਤਾ, ਛੱਟਾ ਮਾਰਿਆ, ਤਤ ਛਿਨ ਤੁਰੰਤ ਉਸੇ ਸਮੇਂ ਹੀ ਇਹ ਤਨ ਤਿਆਗ, ਜਿਹੜਾ ਸੱਪ ਦਾ ਸਰੀਰ ਸੀ ਨਾ, ਉਹ ਛੱਡ ਦਿੱਤਾ। ਰੂਪ ਪ੍ਰਕਾਸ਼ ਆਕਾਸ਼ ਗਇਓ, ਉਹਦੀ ਆਤਮਾ ਜਿਹੜੀ ਸੀ ਦਿਵ ਰੂਪ ਹੋ ਕੇ ਆਕਾਸ਼ ਵਾਲੇ ਪਾਸੇ ਨੂੰ ਚਲੇ ਗਈ। ਭਾਵ ਗੁਰੂ ਦੇ ਪੁਰ ਦੀ ਵਾਸੀ ਬਣ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਨਿਵਾਸ ਹੋ ਗਿਆ। ਕਿੱਥੇ ਆਤਮਾ ਸੱਪ ਦੀ ਜੋਨ ਵਿੱਚ ਭਟਕਦੀ ਫਿਰਦੀ ਸੀ, ਦੁਖੀ ਸੀ। ਸੱਪ ਦਾ ਆਪਣਾ ਹੀ ਜ਼ਹਿਰ ਆਪਣੇ ਆਪ ਨੂੰ ਦੁਖੀ ਕਰਦਾ ਹੈ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਦੀ ਕਿਰਪਾ ਨਾਲ ਰੂਪ ਪ੍ਰਕਾਸ਼ ਆਕਾਸ਼ ਗਇਓ ਹੈ। ਪ੍ਰਕਾਸ਼ ਰੂਪ ਹੋ ਕਰਕੇ ਉਹ ਆਕਾਸ਼ ਨੂੰ ਆਤਮਾ ਜਿਹੜੀ ਸੀ ਪ੍ਰਵਾਜ ਕਰ ਗਈ। ਸ਼੍ਰੀ ਅੰਮ੍ਰਿਤਸਰ ਦਰਸ਼ਨ ਕਰੇ, ਅਨਕ ਅਗਨ ਕੋ ਸੋ ਨਰ ਹਰੇ। ਜਿਹੜਾ ਵੀ ਪ੍ਰੇਮੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਕਰੇਗਾ, ਉਹਦੇ ਅਨੇਕਾਂ ਕੀਤੇ ਹੋਏ ਅਗਨ ਜਿਹੜੇ ਪਾਪ ਨੇ ਉਹ ਹਰ ਜਾਣਗੇ, ਨਾਸ਼ ਹੋ ਜਾਣਗੇ। ਸ਼੍ਰੀ ਅੰਮ੍ਰਿਤਸਰ ਦਰਸ਼ਨ ਕਰੇ, ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਪਾਵਨ ਅਸਥਾਨ ਦੇ ਦਰਸ਼ਨ ਕਰ ਲਏ, ਅਨਕ ਅਗਨ ਕੋ ਸੋ ਨਰ ਹਰੇ, ਉਹ ਨਰ ਉਹ ਮਨੁੱਖ ਆਪਣੇ ਅਨੇਕਾਂ ਹੀ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਪਾਪਾਂ ਨੂੰ ਨਾਸ਼ ਕਰ ਲਵੇਗਾ। ਜੋ ਸ਼ਰਧਾ ਸੰਗ ਕਰਹਿ ਇਸ਼ਨਾਨ, ਤਿਨ ਕੋ ਕਿਉ ਨਾ ਹੋਏ ਕਲਿਆਣ। ਦਰਸ਼ਨ ਜਿਹੜਾ ਕਰੇਗਾ ਉਹਦੇ ਸਾਰੇ ਪਾਪ ਨਾਸ਼ ਹੋਣਗੇ, ਤੇ ਜਿਹੜਾ ਸ਼ਰਧਾ ਦੇ ਸਮੇਤ ਇਸ਼ਨਾਨ ਕਰੇਗਾ ਪਾਵਨ ਅੰਮ੍ਰਿਤ ਸਰੋਵਰ ਵਿੱਚ, ਤਿਨ ਕੋ ਕਿਉਂ ਨਾ ਹੋਏ ਕਲਿਆਣ, ਤਿਨ ਕੋ ਉਹਨਾਂ ਦੀ ਕਲਿਆਣ ਭਲਾ ਕਿਉਂ ਨਹੀਂ ਹੋਵੇਗੀ। ਅਵਸ਼ ਉਹ ਮੁਕਤੀ ਨੂੰ ਪ੍ਰਾਪਤ ਕਰਨਗੇ, ਉਹ ਕਲਿਆਣ ਹਾਸਲ ਕਰ ਲੈਣਗੇ ਜਿਹੜੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨਗੇ। ਢੇਸੀ ਜੋਧ ਪਿਪਰ ਸੰਗ ਜਾਤੀ, ਗੁਰ ਕੀ ਸ਼ਰਨ ਜਾਨ ਸੁਖ ਦਾਤੀ। ਅੱਗੇ ਹੋਰ ਸਿੱਖ ਚੱਲ ਕੇ ਆਏ, ਭਾਈ ਢੇਸੀ ਤੇ ਭਾਈ ਜੋਧ, ਇਹਨਾਂ ਦੀ ਵਿਪਰ ਜਾਤੀ ਬ੍ਰਾਹਮਣ ਜਾਤੀ ਹੈ। ਇਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਨੂੰ ਬੜਾ ਸੁਖ ਦਾਤੀ ਜਾਣਿਆ ਕਿ ਗੁਰੂ ਦੀ ਸ਼ਰਨ ਜਿਹੜੀ ਹੈ ਸਾਰੇ ਸੁੱਖਾਂ ਦੀ ਦਾਤੀ ਹੈ। ਜਿਹੜਾ ਜੀਵ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਏ, ਉਹਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਆਏ ਚੱਲ ਸ਼੍ਰੀ ਅਰਜਨ ਪਾਸ, ਨਮੋ ਕੀਨ ਠਾਨੀ ਅਰਦਾਸ। ਇਹ ਪ੍ਰੇਮੀ ਚੱਲ ਕੇ ਆਏ ਨੇ ਸਾਹਿਬਾਂ ਦੇ ਕੋਲ, ਦੋ ਸਿੱਖ, ਭਾਈ ਢੇਸੀ ਭਾਈ ਜੋਧ। ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਆ ਕੇ ਸਾਹਿਬਾਂ ਨੂੰ ਨਮੋ ਕੀਤੀ, ਮੱਥਾ ਟੇਕਿਆ, ਸਾਹਿਬਾਂ ਦੇ ਹਜ਼ੂਰ ਅਰਦਾਸ ਬੇਨਤੀ ਕੀਤੀ। ਵਿਪਰ ਜੇ ਪੰਡਿਤ ਦੀਰਘ ਆਹੇ, ਹਮਕੋ ਲੇਤ ਨ ਪੰਗਤ ਮਾਹੇ। ਇਹਨਾਂ ਸਾਹਿਬਾਂ ਨੂੰ ਬੇਨਤੀ ਕਰਕੇ ਆਪਣੀ ਮੁਸ਼ਕਲ ਦੱਸੀ, ਪ੍ਰੋਬਲਮ ਦੱਸੀ। ਉਹ ਕੀ ਸੀ? ਮਹਾਰਾਜ ਜਿਹੜੇ ਵੱਡੇ ਵੱਡੇ ਪੰਡਤ ਹੈ ਨਾ, ਦੀਰਘ ਪੰਡਤ ਬ੍ਰਾਹਮਣ, ਉਹ ਆਪਣੇ ਆਪ ਵਿੱਚ ਬੜਾ ਹੰਕਾਰ ਕਰਦੇ ਨੇ। ਹਮ ਕੋ ਲੇਤ ਨਾ ਪੰਗਤ ਮਾਹੇ, ਸਾਨੂੰ ਆਪਣੀ ਪੰਗਤ ਵਿੱਚ ਨਹੀਂ ਲੈਂਦੇ। ਸਾਨੂੰ ਕਹਿੰਦੇ ਨੇ, ਕੀ ਕਹਿੰਦੇ ਉਹ ਤਾਂ ਅੱਗੇ ਦੱਸਣਗੇ। ਉਹ ਆਪਣੀ ਜਾਤੀ ਦਾ ਬਹੁਤਾ ਹੰਕਾਰ ਕਰਦੇ ਹੋਏ, ਭਾਵੇਂ ਕਿ ਅਸੀਂ ਵੀ ਬ੍ਰਾਹਮਣ ਹੀ ਹਾਂ, ਪਰ ਮਹਾਰਾਜ ਉਹ ਸਾਨੂੰ ਪੰਗਤ ਦੇ ਵਿੱਚ ਨਹੀਂ ਬੈਠਣ ਦਿੰਦੇ, ਨਹੀਂ ਆਪਣੇ ਕੋਲ ਬਿਠਾਉਂਦੇ। ਤੇ ਕੀ ਕਹਿੰਦੇ ਹਨ? ਬੈਠ ਸਭਨ ਮੈਂ ਹਮੋ ਸੁਨਾਇਓ, ਜਗਤ ਗੁਰੂ ਤੁਮ ਦਿਜ ਤਨ ਪਾਇਓ। ਸਾਰੇ ਵਿੱਚ ਬੈਠੇ ਹੋਏ ਨੇ, ਉਹਨਾਂ ਸਾਨੂੰ ਦੋਵਾਂ ਸਿੱਖਾਂ ਨੂੰ ਸੁਣਾਇਆ ਕਿ ਜਿਹੜਾ ਬ੍ਰਾਹਮਣ ਹੁੰਦਾ ਉਹ ਤਾਂ ਜਗਤ ਗੁਰੂ ਹੁੰਦਾ, ਤੇ ਤੁਸੀਂ ਹੋਰ ਹੀ ਗੁਰੂ ਧਾਰੀ ਫਿਰਦੇ ਜੇ। ਬ੍ਰਾਹਮਣ ਤਾਂ ਆਪਣੇ ਆਪ ਵਿੱਚ ਹੀ ਗੁਰੂ ਹੁੰਦਾ ਹੈ। ਬਾਣੀ 'ਚ ਲਿਖਿਆ ਹੈ, ਕਬੀਰ ਬਾਹਮਣ ਗੁਰੂ ਹੈ ਜਗਤ ਕਾ। ਦੁਨੀਆ ਦਾ ਤਾਂ ਗੁਰੂ ਹੋ ਸਕਦਾ ਬਾਹਮਣ, ਭਗਤਨ ਕਾ ਗੁਰ ਨਾ ਹੈ, ਅਰਜ ਉਰਜ ਕੇ ਪਚ ਮੁਆ, ਚਾਰੋਂ ਵੇਦੋਂ ਮਾਹ ਹੈ।
ਬ੍ਰਾਹਮਣ ਦੁਨੀਆ ਦੇ ਗੁਰੂ ਬਣੇ ਫਿਰਦੇ ਸਨ, ਅੱਜ ਵੀ ਜਗਤ ਗੁਰੂ ਬਣੇ ਫਿਰਦੇ, ਪੱਲੇ ਕੱਖ ਨਹੀਂ ਤੇ ਸੰਸਾਰ ਦੇ ਗੁਰੂ ਬਣੇ ਫਿਰਦੇ। ਉਹ ਕੀ ਕਹਿੰਦੇ ਨੇ ਕਿ ਜਗਤ ਗੁਰੂ ਤੁਮ ਨਿਜ ਤਨ ਪਾਇਓ, ਤੁਸੀਂ ਤਾਂ ਜਗਤ ਗੁਰੂ ਤੇ ਬ੍ਰਾਹਮਣ ਸਰੀਰ ਧਾਰਨ ਕੀਤਾ ਹੈ, ਤੇ ਇਸ ਤਰ੍ਹਾਂ ਤੁਸੀਂ ਕਿਉਂ ਕਰਦੇ ਹੋ? ਖੱਤਰੀ ਕੇ ਸਿੱਖ ਹੋਏ ਜਾਏ, ਗੰਗਾ ਅਪਰਜੇ ਕਾਂਸ਼ੀ ਤੇ ਥਾਏ। ਤੁਸੀਂ ਜਾ ਕੇ ਖੱਤਰੀ ਦੇ ਸਿੱਖ ਬਣ ਗਏ ਹੋ, ਕਿਉਂਕਿ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਵੇਂ ਜਾਤ ਪਾਤ ਨੂੰ ਨਹੀਂ ਮੰਨਦੇ, ਪਰ ਉਹ ਸਮਝਦੇ ਸਨ ਕਿ ਉਹ ਖੱਤਰੀ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਸੋਢੀ ਖੱਤਰੀ ਹਨ, ਤੇ ਤੁਸੀਂ ਜਾ ਕਰਕੇ ਤੇ ਉਹਨਾਂ ਨੂੰ ਗੁਰੂ ਬਣਾ ਲਿਆ ਹੈ, ਉਹਦੇ ਸਿੱਖ ਬਣ ਗਏ ਜੇ। ਗੰਗਾ ਅਪਰਜੇ ਕਾਂਸ਼ੀ ਥਾਏ, ਗੰਗਾ ਤੇ ਕਾਂਸ਼ੀ ਹੋਰ ਜਿਹੜੀਆਂ ਥਾਵਾਂ ਹਨ। ਵਿਸ਼ਨ ਸੋ ਮਹਾਦੇਵਪੁਰ ਇਹੀ, ਸੋ ਤਿਆਗੇ ਤੁਮ ਸੇਵੋ ਨਹੀਂ। ਤੇ ਜਿਹੜੀ ਵਿਸ਼ਨਪੁਰੀ ਮਹਾਦੇਵਪੁਰੀ ਕਾਂਸ਼ੀ ਹੈ, ਇਹ ਤੁਸੀਂ ਤਿਆਗ ਦਿੱਤੀ, ਇੱਥੇ ਤੁਸੀਂ ਆ ਕੇ ਸੇਵਾ ਨਹੀਂ ਕਰਦੇ। ਤੀਰਥ ਕ੍ਰਿਤਮ ਅੰਮ੍ਰਿਤਸਰ ਹੈ, ਸੇਵੋ ਤਾਹੇ ਲਖਿਓ ਬਹੁ ਬਰਵ ਹੈ। ਤੇ ਤੁਸੀਂ ਬਸ ਇਹੀ ਸਮਝਦੇ ਹੋ ਕਿ ਜਿਹੜਾ ਸਾਡੇ ਗੁਰੂ ਨੇ ਤੀਰਥ ਬਣਾਇਆ ਨਾ, ਸ਼੍ਰੀ ਅੰਮ੍ਰਿਤ ਸਰੋਵਰ ਅੰਮ੍ਰਿਤਸਰ, ਉਹੀ ਸਭ ਤੋਂ ਉੱਤਮ ਹੈ। ਉੱਥੇ ਜਾ ਕਰਕੇ ਤੁਸੀਂ ਸੇਵਾ ਕਰਦੇ ਹੋ। ਸੇਵੋ ਤਾਹੇ ਲਖਿਓ ਬਹੁ ਬਰ ਹੈ, ਲਖਿਓ ਤੁਸੀਂ ਜਾਣਿਆ ਕਿ ਬਹੁਤਾ ਬਰ ਸ੍ਰੇਸ਼ਟ ਹੈ, ਕਿ ਜਿਹੜਾ ਅੰਮ੍ਰਿਤਸਰ ਤੀਰਥ ਹੈ ਉਹ ਸਭ ਤੋਂ ਉੱਤਮ ਹੈ, ਤੁਸੀਂ ਇਸ ਤਰ੍ਹਾਂ ਜਾਣਿਆ ਹੈ। ਇਸ ਤਰ੍ਹਾਂ ਉਹਨਾਂ ਬ੍ਰਾਹਮਣਾਂ ਨੇ ਕੀ ਆਖਿਆ ਸਿੱਖਾਂ ਨੂੰ, ਭਾਈ ਸਾਹਿਬ ਜੀ ਅੱਗੇ ਸੁਣਾਉਣਗੇ। ਗੁਰੂ ਸਾਹਿਬ ਨੇ ਉਹਨਾਂ ਦੀ ਇਹ ਸਮੱਸਿਆ ਸੁਣ ਕੇ ਕੀ ਸਿੱਖਿਆ ਦਿੱਤੀ ਹੈ, ਭਾਈ ਸਾਹਿਬ ਜੀ ਅੱਗੇ ਸੁਣਾਉਣਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ। ਸਤਿਗੁਰੂ ਜੀ ਦੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ, ਅੱਗੇ ਵਾਸਤੇ ਸਮਤ ਬਖਸ਼ਣੀ, ਕਿਰਪਾ ਕਰਨੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਵਿਸ਼ਨ ਸੋ ਮਹਾਦੇਵਪੁਰ ਇਹੀ, ਸੋ ਤਿਆਗੇ ਤੁਮ ਸੇਵੋ ਨਹੀਂ। ਤੀਰਥ ਕ੍ਰਿਤਮ ਅੰਮ੍ਰਿਤਸਰ ਹੈ, ਸੇਵੋ ਤਾਹੇ ਲਖਿਓ ਬਹੁ ਬਰ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
हे अच्युत हे पार ब्रह्म अविनाशी अगनाश हे पूरन हे सर्वमय दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है बेहुवनहार हे संत कै सदा संग निदारायादार हे ठाकुर हाँ दास रो मैं निर्गुण गुण नहीं कोई नानक दीजय नाम दान राखो हिया परोए आए प्रभ शरणागति कृपा नित दयाल एक अक्षर हार मान बसत नानक उतन्याल वाहे गुरु नाम जहाज है चढ़े सोतरे पार जो शरदा कार सेवन दे गुर पारे उतारनुहार जो शरदा कार सेवन दे गुर पारे वाहिगुरु जी का खालसा वाहिगुरु जी की फतेह।